ਅਸੀਂ ਇਸ ਵੇਲੇ ਪਹੁੰਚ ਚੁੱਕੇ ਹਾਂ ਬਿਲਕੁਲ ਨਜ਼ਦੀਕ, ਜਿੱਥੇ ਕਿ ਤੁਹਾਨੂੰ ਦੱਸਿਆ ਸੀ ਕਿ ਜਿਹੜੀਆਂ ਇੱਟਾਂ ਸੀ ਤੁਹਾਨੂੰ ਪਿੱਛੇ ਦਿਖਾ ਕੇ ਲਿਆਏ ਹਾਂ ਕਿ ਜਿਹੜੀਆਂ ਇੱਟਾਂ ਨੇ ਉਹਨਾਂ ਦੀ ਕਲਾਸੀਫਿਕੇਸ਼ਨ ਵੀ ਤੁਹਾਨੂੰ ਦੱਸੀ ਹੈ ਕਿ ਵੀ ਕਿੱਦਾਂ ਦੀਆਂ ਇੱਟਾਂ ਜਿਹੜੀਆਂ ਨੇ ਇਸ ਗੁਰੂ ਘਰ 'ਚ ਲੱਗੀਆਂ ਨੇ। ਠੀਕ ਹੈ ਜੀ, ਉਹ ਟਾਈਮ ਬਾਏ ਟਾਈਮ ਇਹਦੀ ਰਿਪੇਅਰ ਵੀ ਹੁੰਦੀ ਰਹੀ ਹੈ ਔਰ ਇਹ ਆਪਾਂ ਉਸੇ ਤਰੀਕੇ ਨਾਲ ਜਿਸ ਤਰ੍ਹਾਂ ਹੋਈ ਹੈ ਆਪਾਂ ਅੱਗੇ ਚੱਲ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਵੀ ਕਿਸ ਤਰੀਕੇ ਦੇ ਨਾਲ ਲੈਵਲ ਕੱਢ ਕੇ ਸਾਡੇ ਉਸਤਾਦ ਜੀ ਜਿਹੜੇ ਨੇ ਉਹ ਲਾ ਰਹੇ ਨੇ, ਇਹਦੇ 'ਤੇ ਇੱਟਾਂ ਲਾ ਰਹੇ ਨੇ ਔਰ ਉਹਦੇ 'ਤੇ ਇਸ ਵੇਲੇ ਨਾਨਕਸ਼ਾਹੀ ਚੌਕੇ ਦਾ ਉਹਨਾਂ ਦਾ ਕੰਮ ਜਿਹੜਾ ਹੈ ਉਹ ਚੱਲ ਰਿਹਾ। ਆਓ ਅਸੀਂ ਪਹੁੰਚ ਗਏ ਨਜ਼ਦੀਕ। ਇਸ ਵੇਲੇ ਤੁਸੀਂ ਦੇਖੋ ਜਿਹੜੀ ਫਿਨਿਸ਼ਿੰਗ ਦੀ ਆਪਾਂ ਗੱਲ ਕਰ ਰਹੇ ਸੀ ਕਿ ਨਾਨਕਸ਼ਾਹੀ ਥੱਲੋਂ ਤੁਸੀਂ ਦੇਖੋ ਇੱਕ ਪਿੱਲਰ ਜਾ ਰਿਹਾ ਹੈ, ਪਿੱਲਰ ਦੇ ਨਾਲ ਡਿਜ਼ਾਈਨ ਦੇ ਵਿੱਚ ਛੋਟੀ ਛੋਟੀ ਆਰਕਸ ਨੇ, ਉਹਨਾਂ ਦੇ ਡਿਜ਼ਾਈਨ ਜਿਹੜੇ ਚੇਂਜ ਨੇ ਬਿਲਕੁਲ। ਠੀਕ ਹੈ ਜੀ, ਇਹ ਦੇਖੋ ਤੁਸੀਂ ਪੁਰਾਣੀ ਆਰਚ ਹੈ, ਇਹ ਥੋੜ੍ਹਾ ਜਿਹਾ ਤੁਸੀਂ ਕਹਿ ਲਵੋ ਤੁਸੀਂ ਕਿ ਜਿਹੜਾ 8 ਕਾਰਨਰਸ ਵਾਲਾ ਜਿਹੜਾ ਸਟਾਰ ਹੈ, ਉਹ ਵਾਲਾ ਸਟਾਰ ਦਾ ਜਿਹੜਾ ਕੁਛ ਪੈਟਰਨ ਜਿਹੜੀ ਹੈ ਔਰ ਨਾਲ ਹੀ ਨਾਲ ਉਹਦੀ ਸਟੇਟ ਜਿਓਮੈਟਰੀਕਲ ਡਿਜ਼ਾਈਨ ਐਕਚੁਅਲੀ ਉਹਨੂੰ ਕਿਹਾ ਜਾਂਦਾ ਕਿ ਜਿਓਮੈਟਰੀਕਲ ਡਿਜ਼ਾਈਨ ਜਿਹੜੇ ਨੇ ਉਹਦੀ ਫਿਲਿੰਗ ਜਿਹੜੀ ਸੀ ਉਹ ਗੈਪ ਹੋ ਚੁੱਕੀ ਸੀ, ਉਹ ਗੈਪ ਹੋ ਚੁੱਕੀ ਸੀ। ਸੋ ਆਪਾਂ ਉਹਨੂੰ ਕਹਿ ਲਓ ਤੁਸੀਂ ਕਿ ਦੁਬਾਰਾ ਤੋਂ ਜਿਹੜੀ ਹੈ ਉਹ ਚੱਲ ਰਹੀ ਹੈ ਫਿਰ। ਠੀਕ ਹੈ ਜੀ, ਉਹ ਦੁਬਾਰਾ ਤੋਂ ਚੱਲ ਰਹੀ ਹੈ ਔਰ ਉਹ ਪੈਟਰਨ ਜਿਹੜਾ ਉਹਨੂੰ ਪੂਰਾ ਕੀਤਾ ਜਾ ਰਿਹਾ ਜਿਹੜਾ ਕਿ ਇਹਦੇ ਵਿੱਚੋਂ ਮਿਸਪਲੇਸ ਹੋਇਆ ਸੀ। ਰਣਜੀਤ ਨਿਗਾਰਾ ਦਾ ਕੰਮ ਹੀ ਇਹ ਹੈ ਕਿ ਜਿਹੜੀ ਓਰੀਜਨਲ ਚੀਜ਼ ਜਿਹੜੀ ਸੀ ਅੱਜ ਤੋਂ 200 ਸਾਲ ਪਹਿਲੇ ਬਣੀ ਹੋਈ ਸੀ, 250 ਸਾਲ ਪਹਿਲੇ ਬਣੀ ਹੋਈ ਸੀ, ਉਹਨੂੰ ਉਹਦੀ ਉਸ ਦਿੱਖ 'ਚ ਵਾਪਸ ਲੈ ਕੇ ਆਉਣਾ ਕਿ ਕਮਿੰਗ ਜਨਰੇਸ਼ਨ ਨੂੰ ਪਤਾ ਚੱਲ ਸਕੇ ਕਿ ਸਾਡੇ ਪੁਰਖੇ ਜਿਹੜੇ ਸਨ ਜੋ ਕੰਮ ਕਰਦੇ ਸਨ, ਤਾਰੀਖ ਜਿਹੜੀ ਸਾਡੀ ਸੀ ਉਹ ਕਿੱਦਾਂ ਦੀ ਸੀ, ਕਿੰਨੀ ਸਿੰਪਲ ਸੀਗੀ। ਅੱਜ ਦੇ ਜਿਹੜੇ ਮਾਰਬਲ ਲੱਗੇ ਹੋਏ ਹੈ ਉਹਨਾਂ ਦੀ ਤਾਂ ਮਿਆਦ ਬਹੁਤ ਥੋੜ੍ਹੀ ਹੈ, ਉਹ ਤਾਂ ਬਹੁਤ ਲੇਟੈਸਟ ਬਣੇ ਹੋਏ ਨੇ। ਕਮਿੰਗ ਬੱਚਿਆਂ ਨੂੰ ਤੁਸੀਂ ਪੁੱਛ ਲਓ ਤਾਂ ਉਹ ਇਹੀ ਕਹਿੰਦੇ ਆ ਕਿ ਵੀ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਦੇਖ ਇੱਦਾਂ ਹੀ ਆ, ਅਸਲ ਤੁਸੀਂ ਦੇਖ ਲਓ ਕਿ ਕਿੱਦਾਂ ਦੀ ਨਜ਼ਰ ਆਉਂਦੀ ਹੁੰਦੀ ਸੀ। ਚੱਲਦੇ ਹਾਂ ਅੰਦਰ ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਅੰਦਰ ਸਾਡਾ ਕਾਫੀ ਹਿੱਸਾ ਜਿਹੜਾ ਕਹਿ ਲਓ ਤੁਸੀਂ ਕਿ ਮੋਰ ਦੈਨ 98% ਜਿਹੜਾ ਪਲਾਸਟਰ ਹੈ ਉਹ ਪੂਰਾ ਹੋ ਚੁੱਕਿਆ ਹੋਇਆ ਹੈ। ਕੱਚ ਗੇਰੀ ਲਾਈਨ ਵਾਲੀ ਜਿਹੜੀ ਲੇਅਰ ਹੈ ਸਾਡੀ ਉਹ ਫਾਈਨਲ ਸਟੇਜ ਦੇ ਉੱਤੇ ਪਹੁੰਚੀ ਹੋਈ ਹੈ। ਮੈਨੂੰ ਦੇਖ ਕੇ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਆਪਾਂ ਡੇ ਬਾਏ ਡੇ ਕੰਪਲੀਸ਼ਨ ਵੱਲ ਜਾ ਰਹੇ ਹਾਂ ਕਿ ਅੰਦਰ ਵਾਲਾ ਜਿਹੜਾ ਸਾਡਾ ਆਰਕੀਟੈਕਚਰ ਸੀ ਜਾਂ ਅੰਦਰ ਵਾਲਾ ਸਾਡਾ ਜਿਹੜਾ ਇੰਟੀਰੀਅਰ ਸੀ ਉਹ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ। ਕਿਸੇ ਵੀ ਤਵਾਰੀਖਦਾਨ ਵਾਸਤੇ ਉਸ ਵੇਲੇ ਇਹ ਬਹੁਤ ਹੀ ਖੁਸ਼ੀ ਦਾ ਮੌਕਾ ਹੁੰਦਾ ਹੈ ਜਦੋਂ ਕਿ ਉਹ ਕਿਸੇ ਵੀ ਚੀਜ਼ ਹਿਸਟੋਰੀਕਲ ਪਲੇਸ ਨੂੰ ਪ੍ਰੀਜ਼ਰਵ ਹੁੰਦਾ ਦੇਖਦਾ ਹੈ ਔਰ ਆਪਣੇ ਕੈਮਰੇ ਦੀ ਅੱਖ ਨਾਲ ਤੁਹਾਨੂੰ ਵੀ ਦਿਖਾਉਂਦਾ ਹੈ। ਚੱਲਦੇ ਹਾਂ ਅੰਦਰ ਜੀ। ਇਹ ਡੋਰ ਵੀ ਜਿਹੜਾ ਹੈ ਤਕਰੀਬਨ ਮੇਰਾ ਖਿਆਲ ਹੈ ਕਿ ਹੁਣ ਐਂਡ ਆਫ ਪਾਰਟ ਦੇ ਵਿੱਚ ਇਹ ਡੋਰ ਵੀ ਕੰਪਲੀਟ ਕੀਤਾ ਜਾਏਗਾ। ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੈ ਆਰਕ ਨਜ਼ਰ ਆ ਰਹੀ ਹੈ, ਇਹ ਮੇਨ ਦਰਵਾਜ਼ੇ ਦੀ ਹੈ। ਅੰਦਰ ਜਿਹੜੀ ਕਿ ਆਪਾਂ ਗੱਲ ਕੀਤੀ ਹੈ ਕਿ ਤਮਾਮ ਜਿਹੜਾ ਕੰਮ ਸੀਗਾ ਫਿਨਿਸ਼ਿੰਗ ਵਾਲਾ ਆ ਗਿਆ, ਸਾਰਾ ਕੋਨਾ ਕਿਨਾਰਾ ਜਿਹੜਾ ਲੈਵਲ ਹੁੰਦਾ ਹੋਇਆ ਨਜ਼ਰ ਆ ਰਿਹਾ, ਬਹੁਤ ਹੀ ਸੋਹਣਾ ਲੱਗ ਰਿਹਾ ਕਿਉਂਕਿ ਆਪਣੀ ਦਿੱਖ ਦੇ ਵਿੱਚ ਅਸਲ ਦਿੱਖ ਦੇ ਵਿੱਚ ਜਿਹੜਾ ਹੈ ਉਹ ਆਸਤਾ ਪਹੁੰਚਦਾ ਜਾ ਰਿਹਾ। ਜਿੱਦਾਂ ਕਿ ਆਪਾਂ 98% ਦੀ ਗੱਲ ਕੀਤੀ ਹੈ ਤਾਂ ਬਿਲਕੁਲ 98% ਵਿੱਚੋਂ ਸਿਰਫ 2% ਮੈਂ ਇਹਨਾਂ ਨੂੰ ਲੈ ਰਿਹਾ। ਇਹ ਜਿਹੜੀ ਆਰਕਸ ਨੇ ਇਹਨਾਂ ਦੇ ਅੰਦਰ ਵਾਲਾ ਏਰੀਆ ਜਿਹੜਾ ਨਾ ਥੋੜ੍ਹਾ ਜਿਹਾ ਨਜ਼ਰ ਆ ਰਿਹਾ, ਬਾਕੀ ਸਕੁਏਅਰ ਜਿੰਨੇ ਵੀ ਨੇ ਉਹ ਪੂਰੇ ਹੋ ਚੁੱਕੇ ਨੇ। ਠੀਕ ਹੈ ਜੀ, ਇਹ ਕਲਬੂਤੀ ਕਾਲਮ ਜਿਹੜਾ ਹੈ ਉਹ ਨਜ਼ਰ ਆ ਰਿਹਾ। ਬਾਕੀ ਉੱਤੋਂ ਥੱਲੋਂ ਤੁਸੀਂ ਦੇਖੋ ਛੋਟੀਆਂ ਵੱਡੀਆਂ ਆਰਕਸ ਜਿਹੜੀਆਂ ਨੇ ਉਹ ਸਾਰੀਆਂ ਪੂਰੀਆਂ ਕਰ ਦਿੱਤੀਆਂ ਗਈਆਂ ਨੇ। ਆਓ ਜੀ, ਆਹ ਦੇਖਦੇ ਚੱਲੋ ਤੁਸੀਂ। ਠੀਕ ਹੈ ਜੀ, ਜਿਹੜੀ ਕਿ ਆਪਾਂ ਗੱਲ ਕਰ ਰਹੇ ਹਾਂ 98%, ਉਹ 98% 2% ਜਿਹੜਾ ਉਹ ਗੇਟਾਂ ਦੀ ਜਿਹੜੀ ਫਿਨਿਸ਼ਿੰਗ ਹੈ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ 2% ਵਿੱਚ ਸਿਰਫ ਇਹ ਰਹਿ ਗਿਆ। ਬਾਕੀ ਗਰਾਊਂਡ ਫਲੋਰ ਦੀ ਤੁਸੀਂ ਕਹਿ ਸਕਦੇ ਹੋ ਦੀਵਾਰਾਂ ਜਿਹੜੀਆਂ ਨੇ ਔਰ ਛੱਤਾਂ ਜਿਹੜੀਆਂ ਨੇ ਆਲਮੋਸਟ 98% ਜਿਹੜੀਆਂ ਨੇ ਉਹ ਕਲੀਅਰ ਹੋ ਚੁੱਕੀਆਂ ਨੇ। ਨਾਲ ਹੀ ਨਾਲ ਜਿਹੜਾ ਕਿ ਗੇਟ ਸੀ ਇੱਕ ਜਿਹੜਾ ਬੰਦ ਕਰ ਦਿੱਤਾ ਗਿਆ ਸੀ, ਉਹ ਬੜੀ ਸੋਹਣੇ ਤਰੀਕੇ ਨਾਲ ਉਸ ਗੇਟ ਨੂੰ ਦੁਬਾਰਾ ਤੋਂ ਬੂਹੇ ਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ, ਜਿੱਥੋਂ ਕਿ ਸਵਾਰਾ ਸਾਹਿਬ ਕੀਤਾ ਜਾਂਦਾ ਹੋਏਗਾ ਗੁਰੂ ਗ੍ਰੰਥ ਸਾਹਿਬ ਦਾ, ਕਿਉਂਕਿ ਇੱਥੋਂ ਹੀ ਉੱਤੇ ਦੀਵਾਨ ਕਹਿ ਰਹੇ ਹਾਂ ਜੀ ਆਪਣਾ ਸੁਖਾਸਨ ਸਾਹਿਬ ਜਿਹੜਾ ਉਹਦੇ ਵਾਸਤੇ ਇਹੀ ਰਸਤਾ ਬੈਕ ਤੋਂ ਜਾਂਦਾ ਔਰ ਸ਼ਾਰਟਕਟ ਜਿਹੜਾ ਸਾਰਿਆਂ ਤੋਂ ਉਹ ਇਹੀ ਜਗ੍ਹਾ ਸੀ। ਤੁਸੀਂ ਇਹ ਦੇਖੋ ਕਿ ਐਂਸ਼ੀਅੰਟ ਹੋਣ ਦੀ ਇੱਕ ਹੋਰ ਨਿਸ਼ਾਨੀ ਕਿ ਆਹ ਦੇਖੋ ਤੁਸੀਂ ਡਾਟ ਨਜ਼ਰ ਆ ਰਹੀ ਹੈ ਕਿ ਯਾਨੀ ਕਿੱਲ ਕਬਜ਼ੇ ਵਾਲਾ ਕੰਮ ਘੱਟ ਸੀ ਉਸ ਵੇਲੇ। ਇਸ ਵੇਲੇ ਵਿੱਚ ਲੱਕੜ ਦੀ ਗੁੱਲੀ ਫਸਦੀ ਸੀ ਦਰਵਾਜ਼ੇ ਦੀ ਚੁਕਾਠ ਦੀ ਔਰ ਉਹਦੇ ਉੱਤੇ ਦਰਵਾਜ਼ਾ ਜਿਹੜਾ ਸੀ ਉਹ ਫਿਰਦਾ ਸੀ। ਜਿਸ ਤਰ੍ਹਾਂ ਕਿ ਪਹਿਲੇ ਤੁਹਾਨੂੰ ਤਾਰੀਖੀ ਬਿਲਡਿੰਗਾਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਸਾਰੇ ਗੁਰੂ ਘਰਾਂ 'ਚ ਦਿਖਾਇਆ ਕਿ ਜਿੱਥੇ ਪੁਰਾਣੀ ਡਾਟ ਦੇ ਉੱਤੇ ਦਰਵਾਜ਼ਾ ਫਿਰਦਾ ਔਰ ਇੰਨਾ ਕੁ ਦਾ ਬੈਲੈਂਸ ਰੱਖਿਆ ਜਾਂਦਾ ਸੀ ਕਿ ਦੈਟਸ ਅਮੇਜ਼ਿੰਗ। ਮੈਨੂੰ ਤਾਂ ਬਹੁਤ ਹੀ ਵਧੀਆ ਲੱਗਦਾ
ਕਿਉਂਕਿ ਇਹ ਪੁਰਾਤਨ ਜਿਹੜੀ ਚੀਜ਼ ਹੈ, ਅਗਰ ਪੁਰਾਤਨ ਤਰੀਕੇ ਨਾਲ ਹੀ ਪ੍ਰੀਜ਼ਰਵ ਹੋਏਗੀ ਤਾਂ ਹੀ ਸੋਹਣੀ ਲੱਗੇਗੀ ਉਹ। ਆਪਾਂ ਇੱਥੋਂ ਸ਼ੁਰੂ ਕੀਤਾ ਸੀ ਤੁਹਾਨੂੰ ਦਿਖਾਉਣਾ, ਠੀਕ ਹੈ ਜੀ। ਇਹ ਜਗ੍ਹਾ ਜਿਹੜੀ ਹੈ ਇਹ ਬਹੁਤ ਹੀ ਵਧੀਆ, ਤੁਸੀਂ ਦੇਖੋ ਕਿ ਉਸ ਤਰੀਕੇ ਨਾਲ ਹੈ ਕੇਲ ਲਾ ਕੇ ਉੱਤੋਂ ਡਿਮਾਰਕੇਸ਼ਨ ਜਿਹੜੀ ਹੈ ਉਹ ਕਾਰਬਨ ਪੈਨਸਲ ਦੇ ਨਾਲ ਕੀਤੀ ਗਈ ਹੈ, ਲਿਡ ਦੇ ਨਾਲ, ਕਿ ਤੁਹਾਨੂੰ ਪਤਾ ਚੱਲ ਸਕੇ ਵੀ ਕਿੱਥੋਂ ਕਿੰਨੀ ਸਿਧਾਈ ਕੀਤੀ ਹੈ। ਇਸ ਪਾਸੇ ਵੀ ਲੱਗੀ ਲਾਈਨ, ਇਸ ਪਾਸੇ ਵੀ। ਔਰ ਇਹ ਤਮਾਮ ਦਾ ਤਮਾਮ ਕੰਮ ਜਿਹੜਾ ਹੈ ਪਹਿਲੇ ਲੇਜ਼ਰ ਦੇ ਨਾਲ ਜਿਹੜਾ ਹੈ ਉਹਨੂੰ ਚੈੱਕ ਕੀਤਾ ਗਿਆ, ਫਿਰ ਉਸ ਤੋਂ ਬਾਅਦ ਮੈਨੂਅਲੀ ਡੋਰੀਆਂ ਲਾ ਕੇ, ਜਿਹੜਾ ਦੇਸੀ ਤਰੀਕਾ ਹੁੰਦਾ ਸੀ ਆਪਣਾ ਪੁਰਾਣਾ, ਕਿ ਵੇਟ ਵਾਟਰ ਲੈਵਲ ਉਹਦੇ ਨਾਲ ਕੀਤਾ ਗਿਆ। ਚੱਲਦੇ ਹਾਂ ਫਿਰ ਅੱਗੇ, ਤੁਹਾਨੂੰ ਦਿਖਾਉਂਦੇ ਹਾਂ ਅਸੀਂ ਕਿ ਮਜ਼ੀਦ ਕੀ ਹੋਣ ਲਈ ਜਾ ਰਿਹਾ। ਇਹ ਛੱਤ ਵਾਲੇ ਪਾਸੇ ਅਗਰ ਤੁਸੀਂ ਆਉਂਦੇ ਹੋ ਤੇ ਅਗਰ ਸਾਹਮਣੇ ਤੁਸੀਂ ਦੇਖੋ ਤਾਂ ਇੱਥੇ ਪਹਿਲੇ ਤੁਹਾਨੂੰ ਇੱਕ ਬਲੂ ਕਲਰ ਦਾ ਫੁੱਲ ਜਿਹਾ ਬਣਿਆ ਨਜ਼ਰ ਆ ਰਿਹਾ ਸੀ, ਜਿਹਦੇ ਉੱਤੇ ਪਲਾਸਟਰ ਚੜਿਆ ਹੋਇਆ ਸੀ ਸੀਮੈਂਟ ਦਾ। ਤੇ ਸੀਮੈਂਟ ਨੂੰ ਸਾਫ਼ ਕਰਕੇ ਤੇ ਇਹ ਜਿਹੜੀਆਂ ਛੋਟੇ ਛੋਟੀਆਂ ਬਾਰੀਆਂ ਜੀਆਂ ਬਣੀਆਂ ਹੋਈਆਂ ਨਿੱਕੀਆਂ, ਠੀਕ ਹੈ ਜੀ, ਇਹਨਾਂ ਨੂੰ ਵੀ ਖੋਲ੍ਹਿਆ ਗਿਆ ਪੂਰੇ ਨੂੰ, ਕਿਉਂਕਿ ਇਹ ਉੱਤੇ ਫਸਟ ਫਲੋਰ ਦਾ ਹਿੱਸਾ ਹੈ ਇਸ ਤੋਂ ਉੱਤੇ। ਤੇ ਸੋ ਇਹਨੂੰ ਜਿਹੜਾ ਫਸਟ ਫਲੋਰ ਜਿਸ ਵੇਲੇ ਆਪਾਂ ਪੂਰਾ ਰੈਨੋਵੇਟ ਕਰਨਾ ਵਾ ਨਾ, ਤੇ ਇਸ ਤੋਂ ਬਾਅਦ ਫਿਰ ਉੱਤੋਂ ਦੇਖੋ ਤੁਸੀਂ ਅਗਰ, ਤਾਂ ਕਾਰਨਰ ਜਿਹੜੇ ਨੇ ਉਹ ਲੱਗ ਕੇ ਥੱਲੇ ਵਾਲੇ ਪਾਸੇ ਆਉਣਾ ਸ਼ੁਰੂ ਹੋ ਗਏ ਨੇ, ਕਿਉਂਕਿ ਹਮੇਸ਼ਾ ਇਹ ਵਾਲਾ ਕੰਮ ਜਿੰਨਾ ਵੀ ਹੈ ਪੁਰਾਣਾ ਜਿਹੜਾ ਦੇਸੀ ਕੰਮ ਆਪਾਂ ਜਿਹਨੂੰ ਕਹਿੰਦੇ ਹਾਂ, ਜਿਹੜੀ ਕਿ ਪੁਰਾਣੀ ਆਰਕੀਟੈਕਚਰ ਨੂੰ ਪ੍ਰੀਜ਼ਰਵ ਕਰਦੇ ਹਾਂ, ਹਮੇਸ਼ਾ ਉੱਤੋਂ ਥੱਲੇ ਆਉਂਦੇ ਹਾਂ ਆਪਾਂ, ਤਾਂ ਹੀ ਇਹਦਾ ਬੈਲੈਂਸ ਨਿਕਲਦਾ, ਤਾਂ ਹੀ ਇਹਦਾ ਗੁਣੀਆ ਨਿਕਲਦਾ। ਅਗਰ ਤੁਸੀਂ ਥੱਲੋਂ ਉੱਤੇ ਜਾਓਗੇ ਤਾਂ ਉਹਦੇ ਵਿੱਚ ਫਰਕ ਆ ਜਾਂਦਾ। ਇਸ ਵਾਸਤੇ ਉੱਤੋਂ ਕੰਮ ਸ਼ੁਰੂ ਕੀਤਾ ਜਾਂਦਾ ਤਾਂ ਕਿ ਥੱਲੇ ਤੱਕ ਉਹਦੀ ਫਿਨਿਸ਼ਿੰਗ ਜਿਹੜੀ ਹੈ ਇੱਕ ਜੈਸੀ ਹੋ ਸਕੇ। ਤੇ ਚੱਲਦੇ ਹਾਂ ਅੱਗੇ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਅਸੀਂ ਮਜ਼ੀਦ ਅੱਜ ਤੁਹਾਨੂੰ ਕੀ ਦਿਖਾਉਣ ਲਈ ਜਾ ਰਹੇ ਹਾਂ। ਚੱਲ ਰਹੇ ਹਾਂ ਜੀ ਅਸੀਂ ਹੁਣ ਫਸਟ ਫਲੋਰ ਵਾਲੇ ਪਾਸੇ ਚੱਲ ਰਹੇ ਹਾਂ, ਔਰ ਫਸਟ ਫਲੋਰ ਦੇ ਉੱਤੇ ਤੁਹਾਨੂੰ ਦੱਸਦੇ ਹਾਂ ਕਿ ਜਿਹੜਾ ਮੈਂ ਹਾਈਲਾਈਟ ਕੀਤਾ ਸੀ, ਸ਼ਾਇਦ ਉਹ ਪਹਿਲੇ ਜਿਹੜੀ ਸੀ ਉਹ ਰਹਿ ਗਈਆਂ ਸਨ ਇਸ ਚੀਜ਼ ਨੂੰ ਪ੍ਰੀਜ਼ਰਵ ਕਰਨ ਤੋਂ। ਜਿੱਦਾਂ ਕਿ ਦੇਖੋ ਤੁਸੀਂ 2-2 ਇੰਚ ਦੀ ਦਰਜ਼ ਬਣੀ ਹੋਈ ਹੈ, ਇਸ ਪਾਸੇ ਵੀ ਤੁਸੀਂ ਦੇਖੋ ਤਾਂ ਪੂਰੀ ਅੱਧੀ ਤੋਂ ਜ਼ਿਆਦਾ ਉਂਗਲੀ ਚਲੀ ਜਾਂਦੀ ਹੈ। ਤੇ ਕੋਈ ਵੀ ਚੀਜ਼ ਹੈ ਜਦੋਂ ਉਹਦੇ 'ਚ ਮਸਾਲਾ ਨਿਕਲ ਜਾਂਦਾ ਤਾਂ ਉਹਦੀ ਮਿਆਦ ਦੇਖੋ ਤੁਸੀਂ, ਪੱਥਰ ਦੀ ਅੱਧਾ ਪੱਥਰ ਜਿਹੜਾ ਅਗਰ ਉਹ ਨੰਗਾ ਹੋ ਗਿਆ, ਇਹ ਦਿਖਾਓ ਜੀ, ਅੱਧਾ ਪੱਥਰ ਅਗਰ ਨੰਗਾ ਹੋ ਗਿਆ ਤੇ ਇਸੇ ਤਰ੍ਹਾਂ ਹੀ ਵਕਤ ਦੇ ਨਾਲ ਨਾਲ ਇਹ ਮਸਾਲਾ ਜਿਹੜਾ ਭੁਰ ਕੇ ਨਿਕਲਦਾ ਗਿਆ, ਤੇ ਡੈਫੀਨੇਟਲੀ ਅਗਰ ਇਹ ਪੱਥਰ ਬਾਹਰ ਨਿਕਲੇਗਾ ਤਾਂ ਬਿਲਡਿੰਗ ਦੀ ਨੀਹਾਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਜਾਣਗੀਆਂ ਆਸਤਾ ਆਸਤਾ। ਇਹ ਥੱਲੇ ਪਾਸੋਂ ਦਿਖਾਓ ਜ਼ਰਾ। ਇਹਨਾਂ ਦੇ ਉੱਤੇ ਮਸਾਲਾ ਚੜਾਉਣਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸਾਡੇ ਉਸਤਾਦ ਹੋਰੀ ਉੱਤੇ ਲੱਗੇ ਨੇ ਔਰ ਉੱਤੋਂ ਇਹ ਕੰਮ ਕਰਦੇ ਹੋਏ ਥੱਲੇ ਨੂੰ ਆ ਰਹੇ ਨੇ। ਅਸੀਂ ਬਾਰ-ਬਾਰ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਮਾਡਰਨ ਆਰਕੀਟੈਕਚਰ ਦੇ ਵਿੱਚ ਤੁਸੀਂ ਜਿੱਥੋਂ ਮਰਜ਼ੀ ਚਿਨਾਈ ਸ਼ੁਰੂ ਕਰ ਦਿਓ, ਲੋਕ ਥੱਲੋਂ ਸ਼ੁਰੂ ਕਰਦੇ ਨੇ, ਲੇਕਿਨ ਇਹਦੀ ਰਿਪੇਅਰਿੰਗ ਵਾਲਾ ਜਿਹੜਾ ਕੰਮ ਹੁੰਦਾ ਹੈ, ਆਪਣਾ ਹਿਸਟੋਰੀਕਲ ਜਿਹੜੀਆਂ ਬਿਲਡਿੰਗਸ ਨੇ ਉਹਨਾਂ ਦੀ ਪ੍ਰੀਜ਼ਰਵੇਸ਼ਨ ਜਿਹੜੀ ਹੈ ਉਹ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ, ਰੀਸਟੋਰੇਸ਼ਨ, ਕਿ ਉਹ ਉੱਤੋਂ ਥੱਲੇ ਆਉਂਦੀ ਹੈ। ਬਾਰ-ਬਾਰ ਦੱਸਣਾ ਇਸ ਵਾਸਤੇ ਜ਼ਰੂਰੀ ਹੈ ਕਿ ਕੁਝ ਸਰੋਤੇ ਐਸੇ ਨੇ, ਨਵੇਂ ਨੇ, ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਜੋ ਆਪਾਂ ਪਹਿਲੇ ਪ੍ਰੋਗਰਾਮ ਕੀਤੇ ਆ। ਹੁਣ ਘੱਟੋ ਘੱਟ ਆਪਾਂ 40 ਕੁ ਪ੍ਰੋਗਰਾਮ ਕਰ ਚੁੱਕੇ ਹਾਂ, ਲੇਕਿਨ ਹਰ ਬੰਦਾ ਜਿਹੜਾ ਉਹ ਡੇ 1 ਤੋਂ ਪ੍ਰੋਗਰਾਮ ਨਹੀਂ ਦੇਖ ਰਿਹਾ ਹੁੰਦਾ, ਉਹ ਨਵਾਂ ਪ੍ਰੋਗਰਾਮ ਦੇਖਣਾ। ਇਸ ਲਈ ਉਹ ਥੋੜ੍ਹੀ ਜਿਹੀ ਵਰਡਿੰਗ ਜਿਹੜੀ ਆ ਉਹਦੇ ਨਾਲ ਅਸੀਂ ਆਪਾਂ ਰਿਪੀਟ ਕਰਦੇ ਹਾਂ, ਤਾਂ ਕਿ ਸਾਡੇ ਜਿਹੜੇ ਨਵੇਂ ਸਰੋਤੇ ਨੇ, ਨਵੇਂ ਦੇਖਣ ਵਾਲੇ ਨੇ, ਵਿਊਵਰ ਜਿਹੜੇ ਨੇ, ਉਹਨਾਂ ਨੂੰ ਪਤਾ ਲੱਗ ਜਾਏ ਕਿ ਆਪਾਂ ਕਿਉਂ ਇਹ ਕੰਮ ਕਰ ਰਹੇ ਹਾਂ ਇਸ ਤਰੀਕੇ ਨਾਲ। ਥੱਲੋਂ ਉੱਤੇ ਕਿਉਂ ਨਹੀਂ ਜਾ ਰਹੇ, ਉੱਤੋਂ ਥੱਲੇ ਕਿਉਂ ਆ ਰਹੇ ਹਾਂ। ਆਓ ਜੀ, ਜਿੱਦਾਂ ਕਿ ਸਟੇਜ ਜਿਹੜੀਆਂ ਨੇ ਆਮ ਸਟੈਪ ਤੋਂ ਵੱਡੀਆਂ ਨੇ, ਆਪਾਂ ਇਹਨਾਂ ਨਾਲ ਕੁਛ ਨਹੀਂ ਕਰ ਸਕਦੇ ਕਿਉਂਕਿ ਇਹ ਮੇਨ ਆਰਕੀਟੈਕਚਰ ਦਾ ਹਿੱਸਾ ਹੈ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਉਸਤਾਦ ਹੁਣੀ ਪ੍ਰੋਪਰ ਗਰਮਾਲਾ ਮਾਰ ਰਹੇ ਨੇ ਦੇਸੀ ਤਰੀਕੇ ਵਾਲਾ। ਔਰ ਜਿੰਨਾ ਮਟੀਰੀਅਲ ਹੈ ਦੇਖੋ, ਸਾਡੇ 3 ਦਾਬੜੇ ਲੱਗੇ ਪਏ ਆ, ਠੀਕ ਹੈ ਜੀ, 3 ਦਾਬੜੇ ਲੱਗੇ ਪਏ ਆ। ਔਰ ਉਸਤਾਦ ਜੀ ਇਹਦੇ 'ਚ ਇੱਕ ਗੁੰਨੀਆਂ ਕੱਢ ਕੇ ਤੁਸੀਂ ਦੇਖੋ ਕਿ ਉਹਨੂੰ ਕਰ ਰਹੇ ਨੇ, ਪ੍ਰੀਜ਼ਰਵ ਕਰ ਰਹੇ ਨੇ, ਤਾਂ ਕਿ ਅਸੀਂ ਆਉਣ ਵਾਲੀ ਪੀੜ੍ਹੀ ਤੱਕ ਇਹ ਸਾਰੀ ਦਿੱਖ ਜਿਹੜੀ ਹੈ, ਹਿਸਟੋਰੀਕਲ ਦਿੱਖ ਜਿਹੜੀ ਹੈ, ਆਪਣੀ ਆਉਣ ਵਾਲੀ ਨਸਲ ਤੱਕ ਪਹੁੰਚਾ ਸਕੀਏ। ਇਹਦੇ ਠੀਕੇ ਦੇਖੋ ਤੁਸੀਂ ਪਿੱਛੇ ਲਾਏ ਵੀ ਹੋਏ ਆ, ਲੈਵਲ ਕਿੱਥੋਂ ਕੱਢਣਾ। ਸੋ ਇੱਕ ਤਰੀਕਾਕਾਰ ਹੈ ਪੁਰਾਣਾ, ਉਹਨੂੰ ਅਪਣਾਉਂਦੇ ਹੋਏ, ਉਹਨਾਂ ਕਹਿ ਲਓ ਤੁਸੀਂ, ਕੋਈ ਗੁਣੀਏ ਕੱਢੇ ਜਾਂਦੇ ਆ, ਫਿਰ ਉਹਦੇ 'ਤੇ ਪਲਸਤਰ ਜਿਹੜਾ ਇਹ ਉਸਤਾਦ ਹੋਰੀ ਤੁਸੀਂ ਦੇਖੋ ਕਿੰਨੀ ਬਰੀਕੀ ਨਾਲ, ਗਰਮਾਲਾ ਲਾਉਣ ਤੋਂ ਬਾਅਦ ਵੀ ਕਿੰਨੀ ਬਰੀਕੀ ਦੇ ਨਾਲ ਜਿਹੜਾ ਉਹ ਨੀਰੂ ਜਿਹੜਾ ਉਹਦੇ ਉੱਤੇ ਲਾਉਂਦੇ ਨੇ। ਖੈਰ ਨੀਰੂ ਭਾਵੇਂ ਸੀਮੈਂਟ ਦਾ ਹੋਵੇ ਤੇ ਭਾਵੇਂ ਨੀਰੂ ਹੋਵੇ ਕਾਚੂ ਨਾ ਗੇਰੀ ਦਾ, ਮਸਾਲੇ ਦਾ, ਤੇ ਉਹ ਤੁਸੀਂ ਦੇਖੋ ਨਾਲ ਦੀ ਨਾਲ ਕਿੰਨੀ ਸੋਹਣੀ ਫਿਨਿਸ਼ਿੰਗ ਜਿਹੜੀ ਹੈ, ਜੋ ਕਿ ਅਸਲ ਤਰੀਕਾਕਾਰ ਹੈ, ਜੋ ਕਿ ਕਹਿ ਲਓ ਕਿ ਸਦੀਆਂ ਤੋਂ ਚੱਲਿਆ ਆ ਰਿਹਾ ਸੀ ਸਬ ਕੰਟੀਨੈਂਟ ਦੇ ਵਿੱਚ। ਬ੍ਰਿਟਿਸ਼ ਨੇ ਆ ਕੇ ਜਦੋਂ ਸੀਮੈਂਟ ਇੰਟਰੋਡਿਊਸ ਕਰਾਇਆ, ਅਸਲ ਕੰਮ ਤੇ ਉਸ ਵੇਲੇ ਖਰਾਬ ਹੋਇਆ। ਆਪਣੀਆਂ ਬਿਲਡਿੰਗਾਂ 100 ਸਾਲਾਂ ਨਹੀਂ ਸੀ ਡਿੱਗਦੀਆਂ, ਹਜ਼ਾਰ ਸਾਲ ਪੁਰਾਣੀ ਵੀ ਬਿਲਡਿੰਗ ਖਲੋਤੀ ਹੋਈ ਹੈ ਇਸੇ ਹੀ ਮਸਾਲੇ ਦੇ ਸਿਰ 'ਤੇ। ਲੇਕਿਨ
ਅੱਜ ਦੇ ਮਾਡਰਨ ਆਰਕੀਟੈਕਚਰ ਜਿਹੜੇ ਨੇ, ਮਹੀਨਾ ਕੀ ਬਲਕਿ ਮੈਂ ਕਹਾਂਗਾ ਕਈ ਵਾਰੀ ਤਾਂ ਦਿਨਾਂ ਦੇ ਵਿੱਚ ਆਰਕੀਟੈਕਟ ਜਿਹੜੇ ਨੇ ਉਹ ਬਣਾਉਂਦੇ ਨੇ, ਬਣਾ ਕੇ ਤੇ ਉਹ ਡਿੱਗ ਪੈਂਦੇ ਨੇ ਛੇਤੀ ਨਾਲ। ਬਟ ਇਹ ਵਾਲੇ ਜਿਹੜੇ ਮਸਾਲੇ ਲੱਗੇ ਹੋਏ ਨੇ 14 ਤੋਂ 16 ਚੀਜ਼ਾਂ, ਇਹ ਇੰਨੀ ਕੁ ਪਕੜ ਕੀਤੀ ਹੋਈ ਹੈ ਕਿ ਸਦੀਆਂ ਚੱਲਦੇ ਨੇ। 100 ਤੋਂ 125 ਸਾਲ ਜਾਂ 150 ਸਾਲ ਦੀ ਤੇ ਇਹਦੀ ਗਰੰਟੀ ਹੈ ਕਿਹੜਾ ਆਪਾਂ ਮਸਾਲਾ ਲਾ ਰਹੇ ਹਾਂ ਕਿ 150 ਸਾਲ ਤੱਕ ਅਗਲੀ ਜਨਰੇਸ਼ਨ ਤੱਕ ਆਪਾਂ ਇਹ ਸਾਰੀਆਂ ਚੀਜ਼ਾਂ ਪਹੁੰਚਾਵਾਂਗੇ। ਕਿਉਂਕਿ ਰਣਜੀਤ ਨਿਗਾਰਾ ਦਾ ਮਿਸ਼ਨ ਹੀ ਇਹੀ ਹੈ ਕਿ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦੀ ਧਰਤੀ ਹੈ ਔਰ ਉਹਨਾਂ ਨਾਲ ਜੁੜੇ ਹੋਏ ਜਿਹੜੇ ਗੁਰੂ ਘਰ ਨੇ, ਉਹਨਾਂ ਨੂੰ ਉਸ ਦਿੱਖ ਵਿੱਚ ਰੱਖਣਾ ਜਿਹੜੇ ਕਿ ਬਣਾਏ ਗਏ ਹੈ, ਚਾਹੇ ਉਹ 200 ਸਾਲ ਪੁਰਾਣੇ ਨੇ, ਚਾਹੇ ਉਹ 250 ਸਾਲ ਪੁਰਾਣੇ ਨੇ। ਚੱਲਦੇ ਹਾਂ ਜੀ ਅੰਦਰ, ਤੁਹਾਨੂੰ ਦਿਖਾਉਂਦੇ ਹਾਂ ਫਿਰ ਜੀ। ਅਸੀਂ ਪਹੁੰਚ ਗਏ ਜੀ ਆਊਟਰ ਸਾਈਡ ਜਿਹੜੀ ਹੈ ਫਸਟ ਫਲੋਰ ਦੀ। ਬਹੁਤ ਹੀ ਡੇਂਜਰਸ ਕੰਮ ਹੈ, ਇਹਨਾਂ ਉਸਤਾਦਾਂ ਦੀ ਹੀ ਹਿੰਮਤ ਹੈ ਜਿਹੜੇ ਕਿ ਇਹ ਕੰਮ ਕਰਦੇ ਨੇ। ਔਰ ਇਹੋ ਜਿਹੀ ਜਗ੍ਹਾ ਦੇ ਉੱਤੇ ਮੇਰੇ ਕੋਲ ਤਾਂ ਉੱਤੇ ਜਾਇਆ ਵੀ ਨਹੀਂ ਜਾ ਰਿਹਾ। ਇੱਕ ਬਹੁਤ ਛੋਟੀ ਜਿਹੀ ਜਗ੍ਹਾ ਹੈ ਜਿਹਦੇ 'ਤੇ ਬੈਠ ਕੇ ਉਸਤਾਦ ਜੀ ਕੰਮ ਕਰ ਰਹੇ ਨੇ। ਸਭ ਤੋਂ ਪਹਿਲੇ ਤਾਂ ਤੁਹਾਨੂੰ ਦਿਖਾਉਂਦੇ ਹਾਂ ਜੀ ਜਿਹੜੀ ਕਿ ਜੋਤ ਜਗਾਉਣ ਦੀ ਜਗ੍ਹਾ ਹੈ। ਜੋਤ ਜਗਾਉਣ ਵਾਲੀ ਜਗ੍ਹਾ ਅਸੀਂ ਆਪਾਂ ਤੁਹਾਨੂੰ ਉੱਤੇ ਵੀ ਦਿਖਾਉਂਦੇ ਹਾਂ ਜਾ ਕੇ, ਜਿਹੜੀ ਕਿ ਫਾਈਨਲ ਹੋਈ ਵੀ ਹੈ ਬਹੁਤ ਹੀ ਖੂਬਸੂਰਤ ਤਰੀਕੇ ਨਾਲ। ਤੁਸੀਂ ਦੇਖੋ, ਮੁਸ਼ਕਿਲ ਮੇਰਾ ਖਿਆਲ ਹੈ ਕਿ ਮੁਸ਼ਕਿਲ ਜਿਹੜੀ ਹੈ ਅੱਜ ਸਿਰਫ ਭਰਾਈ ਜਿਹੜੀ ਹੈ ਇਹਦੀ ਲੱਗਣੀ ਹੈ। ਠੀਕ ਹੈ ਜੀ, ਇੰਨਾ ਸਲੋ ਕੰਮ ਹੁੰਦਾ ਔਰ ਇੰਨੀ ਬਰੀਕੀ ਨਾਲ ਹੁੰਦਾ ਜਿਹੜਾ ਕਿ ਤੁਸੀਂ ਦੇਖਦੇ ਹੋ। ਤੁਸੀਂ ਦੇਖੋ ਉਸਤਾਦ ਹੁਣੀ ਕਿੱਦਾਂ ਟੇਕ ਕਰ ਰਹੇ ਨੇ ਆਪਣੀ ਜਿਹੜੀ ਉਹਨਾਂ ਦੀ ਛੋਟੀ, ਠੀਕ ਹੈ ਜੀ, ਆਪਣੀ ਉਹਨਾਂ ਦੀ ਛੋਟੀ ਜੀ ਜਿਹੜੀ ਹੈ ਕਾਂਡੀ, ਜਿਹੜੀ ਹੈ ਛੋਟੀ ਜੀ ਕਾਂਡੀ ਜਿਹੜੀ ਹੈ ਉਹਦੇ ਨਾਲ ਲੱਗੇ ਹੋਏ ਨੇ ਉਸਤਾਦ ਹੋਰੀ ਕਰ ਰਹੇ ਨੇ। ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਹਦੇ ਨਾਲ ਇੱਕ ਹੋਰ ਛੋਟਾ ਜਿਹਾ ਆਲਾ ਹੈ ਜਿਹੜਾ ਕਿ ਇਸ ਬਿਲਡਿੰਗ ਨੂੰ ਅਸਲ ਵਿੱਚ ਖੂਬਸੂਰਤੀ ਕਿੱਥੋਂ ਨਜ਼ਰ ਆਏਗੀ, ਇਹਨਾਂ ਛੋਟੇ ਫੀਚਰਸ ਤੋਂ ਹੀ ਹਿਸਟਰੀ ਦਾ ਪਤਾ ਚੱਲਦਾ ਹੈ ਕਿ ਆਪਣਾ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਜਿਹੜੀ ਹਿਸਟਰੀ ਆ ਉਹ ਕਿੰਨੀ ਰਿਚ ਸੀਗੀ ਅੱਜ ਤੋਂ 200 ਸਾਲ ਪਹਿਲੇ ਵੀ। ਜਿਹੜੇ ਲੋਕ ਕਹਿੰਦੇ ਆ ਨਾ ਕਿ ਬਈ ਪੰਜਾਬੀਆਂ ਨੇ ਕੋਈ ਖਾਸ ਕਾਰਨਾਮੇ ਨਹੀਂ ਸਰੰਜਾਮ ਦਿੱਤੇ, ਆਪਾਂ ਕਿਸੇ ਦਿਨ ਉਹਦੇ 'ਤੇ ਵੀ ਗੱਲ ਕਰਾਂਗੇ ਤੇ ਕਾਰਨਾਮੇ ਦੱਸਾਂਗੇ ਕਿ ਉਹ 8 ਤੋਂ 12 ਲੋਕ ਜਿਨ੍ਹਾਂ ਨੇ ਪੰਜਾਬ ਦੀ ਕਾਇਆ ਨੂੰ ਪਲਟ ਕੇ ਰੱਖ ਦਿੱਤਾ ਸੀ। ਇਹ ਤੁਸੀਂ ਦੇਖੋ ਕਿ ਵੀ ਇਹ ਦੂਸਰਾ ਦੀਆ ਦਾਨ ਹੈ ਕਿ ਜਿਹੜੀ ਛੋਟੀ ਹੋਰ ਇੱਕ ਜਿਹੜੀ ਹੈ ਗੁੰਟੀ ਜਿਹੜੀ ਆ ਉਹ ਬਣੇਗੀ ਇੱਥੇ। ਔਰ ਫਿਰ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਇੱਕ ਗਮਲਾ ਹੈ, ਇਹਦੇ ਉੱਤੇ ਵੀ ਥੋੜੀ ਰਿਪੇਅਰ ਲੱਗ ਰਹੀ ਔਰ ਮਸਾਲਾ ਲੱਗ ਰਿਹਾ। ਉਸ ਤੋਂ ਬਾਅਦ ਜਿਹੜੀ ਨਾਲ ਹੀ ਹੈ ਤੁਸੀਂ ਦੇਖੋ ਕਿ ਦਾਰਾਸ਼ਾਹੀ ਜਿਹੜੀ ਆਰਕ ਹੈ, ਠੀਕ ਹੈ ਜੀ, ਇਸ ਨੂੰ ਦਾਰਾਸ਼ਾਹੀ ਆਰਕ ਕਿਹਾ ਜਾਂਦਾ ਹੈ। ਜਿੰਨੀਆਂ ਵੀ ਬਾਰੀਆਂ, ਖਿੜਕੀਆਂ, ਦਰਵਾਜ਼ੇ ਉਹਨਾਂ ਦੇ ਉੱਤੇ ਪੁਰਾਣਿਆਂ ਦੇ ਉੱਤੇ ਤੁਸੀਂ ਦੇਖੋ ਕਿ ਇੱਕ ਬਹੁਤ ਪਿਆਰਾ ਮਿਨਟਸ ਟਾਈਪ ਜਿਹੜਾ ਉੱਤੇ ਬਣਿਆ ਹੁੰਦਾ, ਇਸ ਨੂੰ ਹੀ ਦਾਰਾਸ਼ਾਹੀ ਆਰਕ ਕਿਹਾ ਜਾਂਦਾ। ਠੀਕ ਹੈ ਜੀ, ਐਕਸਟੈਂਡਡ ਆਰਚ ਜਿਹੜੀ ਹੈ ਥੱਲੇ ਔਰ ਉਹਦੇ ਉੱਤੇ ਜਿਹੜੀ ਹੈ ਦਾਰਾਸ਼ਾਹੀ ਜਿਹੜੀ ਹੈ। ਔਰ ਉੱਤੇ ਤੁਸੀਂ ਦੇਖੋ ਕਿ ਕਿੰਨਾ ਥੋੜ੍ਹਾ ਜਿਹਾ ਮਟੀਰੀਅਲ ਜਿਹੜਾ ਸੂਤਰਾਂ ਦੇ ਭਾਅ ਲੈ ਕੇ, ਠੀਕ ਹੈ ਜੀ, ਬਹੁਤ ਸੂਤਰਾਂ ਦੇ ਭਾਅ ਲੈ ਕੇ ਮਾਤਰਾ ਜਿਹੜੀ ਹੈ ਉਹ ਲਾਈ ਜਾਂਦੀ ਹੈ ਔਰ ਉਹਨੂੰ ਫਿਨਿਸ਼ਿੰਗ ਕੀਤੀ ਜਾਂਦੀ ਹੈ। ਇਹ ਦੇਖੋ ਤੁਸੀਂ ਇਹ ਵਾਲੀ ਜਿਹੜੀ ਹੈ ਇਹ ਪੂਰੀ ਹੋ ਰਹੀ ਹੈ ਔਰ ਉਹਲੇ ਪਾਸੋਂ ਜਿਹੜਾ ਹੈ ਉਹ ਲੱਗ ਰਹੇ ਨੇ ਕਿ ਮੁਸ਼ਕਿਲ ਉਹੀ ਜਿਹੜੀ ਹੈ ਕਿ ਹਾਫ ਡੇ ਦੇ ਵਿੱਚ 2-1 ਕਰਵਸ ਜਿਹੜੇ ਨੇ ਉਹੀ ਪੂਰੇ ਹੁੰਦੇ ਨੇ। ਇੰਨਾ ਆਸਤਾ ਔਰ ਇੰਨਾ ਸਲੋ ਕੰਮ ਹੁੰਦਾ। ਦੂਸਰੀ ਹੈ ਤੁਸੀਂ ਦੇਖ ਸਕਦੇ ਹੋ ਇਹ ਪ੍ਰਸ਼ਤੀ ਜਿਹੜੀ ਬਣੀ ਹੈ ਨਿੱਕੀ ਜੀ, ਇਹ ਵੀ ਜਦੋਂ ਦੀਵਾਲੀ ਜਾਂ ਕੋਈ ਹੋਰ ਗੁਰੂਪੁਰਬ ਆਉਂਦੇ ਹੋਣਗੇ ਤੇ ਇਸ ਥਾਂ ਦੇ ਉੱਤੇ ਦੀਵੇ ਜਗਦੇ ਹੋਣਗੇ ਔਰ ਬਹੁਤ ਛੇਤੀ ਉਹ ਸਾਰੀ ਪ੍ਰੈਕਟਿਸਿਸ ਜਿਹੜੀਆਂ ਨੇ ਦੁਬਾਰਾ ਤੋਂ ਸ਼ੁਰੂ ਹੋਣਗੀਆਂ, ਜਿਨ੍ਹਾਂ ਦੇ ਮੁਤਲਕ ਮੈਂ ਸਿਰਫ ਗੱਲਾਂ ਕਰਦਾ ਸੀ। ਲੋਕੀ ਮੈਨੂੰ ਕਹਿੰਦੇ ਸੀ ਕਿ ਇਹ ਸੈਲਫ ਸਟੋਰੀਆਂ ਸੁਣਾਉਂਦੇ ਆ ਸ਼ਾਇਦ ਸ਼ਬੀਰ ਸਾਹਿਬ। ਤਾਂ ਦੇਖ ਲਓ ਅੱਜ ਆਪਣੀਆਂ ਅੱਖਾਂ ਨਾਲ ਤੁਸੀਂ ਦੇਖ ਲਓ ਉਹ ਚੀਜ਼ਾਂ ਜਿਹੜੀਆਂ ਨੇ ਪਾਕਿਸਤਾਨ ਦੇ ਵਿੱਚ ਪਈਆਂ ਹੋਈਆਂ ਨੇ, ਜਿਹੜੀਆਂ ਕਿ ਹੋਰ ਥਾਵਾਂ ਦੇ ਉੱਤੇ ਜਿਹੜੇ ਇਤਿਹਾਸਿਕ ਸਥਾਨ ਸੀ ਉਹਨਾਂ ਤੋਂ ਰਿਮੂਵ ਕਰ ਦਿੱਤੀਆਂ ਗਈਆਂ ਨੇ। ਇਸੇ ਤਰ੍ਹਾਂ ਹੀ ਅਸੀਂ ਅੱਗੇ ਚੱਲਦੇ ਹਾਂ, ਤੁਹਾਨੂੰ ਅਗਲੇ ਪਾਸੇ ਦਿਖਾਉਂਦੇ ਹਾਂ। ਸਾਡੇ ਛੋਟੇ ਉਸਤਾਦ ਹੁਣੀ ਉੱਥੇ ਵੀ ਲੱਗੇ ਆ ਔਰ ਉਹ ਦਿਖਾ ਰਹੇ ਨੇ ਕਿ ਵੀ ਕਿੱਦਾਂ ਇਸ ਚੀਜ਼ ਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ ਹੈ। ਅਗਰ ਕੈਮਰੇ ਦੀ ਨਜ਼ਰ ਉਸ ਪਾਸੇ ਥੋੜੀ ਜਿਹੀ ਦਿਖਾਓ ਜੀ ਮੋਹਸਿਨ, ਸੇਮ ਵਰਕ ਜਿਹੜਾ ਹੈ ਦਾਰਾਸ਼ਾਹੀ ਆਰਕ ਦਾ ਉਧਰ ਵੀ ਲੱਗਾ ਹੋਇਆ। ਕਿੱਧਰ ਗਿਆ ਮੋਹਸਿਨ? ਠੀਕ ਹੈ ਜੀ, ਤੇ ਸੋ ਕਈ ਲੋਕ ਪੁੱਛ ਰਹੇ ਸੀ ਕਿ ਬਾਬਾ ਜੀ ਬਹੁਤਾ ਟਾਈਮ ਨਹੀਂ ਲੱਗ ਗਿਆ, ਸਾਲ ਪੂਰਾ ਹੋ ਗਿਆ, ਸਾਲ ਤੋਂ ਬਾਅਦ ਹੁਣ ਤੁਸੀਂ ਆਪ ਦੱਸੋ ਕਿ ਇੰਨੀ ਬਰੀਕੀ ਦੇ ਨਾਲ ਜਿਹੜਾ ਕੰਮ ਕੀਤਾ ਜਾਂਦਾ ਕਿਆ ਉਹ ਫਟਾਫਟ ਕਰ ਲਿੱਤਾ ਜਾਵੇ, ਉਹਨੂੰ ਮੁਕਾ ਦਿੱਤਾ ਜਾਏ ਜਾਂ ਮਗਰੋਂ ਲਾਇਆ ਜਾਏ? ਨਹੀਂ, ਇੱਦਾਂ ਨਹੀਂ ਹੁੰਦਾ। ਲੇਬਰ ਵਰਕ ਬਹੁਤ ਹੀ ਬਰੀਕੀ ਨਾਲ ਹੁੰਦਾ ਔਰ ਬਹੁਤ ਆਸਤਾ ਹੁੰਦਾ। ਕਈ ਵਾਰੀ ਇੰਨਾ ਜਿਹਾ ਪੀਸ ਜਿਹੜਾ ਤੁਹਾਡੇ 10 ਦਿਨ ਲੈ ਜਾਂਦਾ। ਕਿਉਂ? ਤੁਸੀਂ ਪਹਿਲਾ ਮਟੀਰੀਅਲ ਸੁੱਕੇਗਾ, ਦੂਜੀ ਲੇਅਰ ਲਾਉਣੀ ਹੈ, ਦੂਜੀ ਲੇਅਰ ਤੋਂ ਬਾਅਦ ਤੀਜੀ ਲੇਅਰ ਲਾਉਣੀ ਹੈ। ਘੱਟੋ ਘੱਟ 7 ਵਾਰੀ ਜਾ ਕੇ ਫੇਰ ਜਾ ਕੇ ਕਿਤੇ ਕਸਾਈ ਦਾ ਕੰਮ ਹੁੰਦਾ ਉਤੋਂ, ਤੇ ਤੁਹਾਨੂੰ ਉਹ ਦਿੱਖ ਨਜ਼ਰ ਆਉਂਦੀ ਹੈ ਜਿਹੜੀ ਕਿ ਤੁਸੀਂ ਦੇਖਦੇ ਹੋ ਪੁਰਾਤਨ ਬਿਲਡਿੰਗਸ ਦੇ ਉੱਤੇ ਹੋਈ। ਤੇ ਇਹ ਸੀ ਸਾਡੀ ਅੱਜ ਫਸਟ ਫਲੋਰ ਦੀ ਜਿਹੜੀ ਹੈ, ਮੈਂ ਕਹਾਂਗਾ ਕਿ ਆਊਟਰ ਸਾਈਡ ਜਿਹੜੀਆਂ ਸਾਡੀਆਂ ਬਾਰੀਆਂ ਨੇ ਉਹਨਾਂ ਦੇ ਉੱਤੇ ਜਿਹੜਾ ਵਰਕ ਹੋ ਰਿਹਾ ਹੈ, ਜਿਹਨੂੰ ਕਿ ਆਪਾਂ ਕਿ ਦਾਰਾਸ਼ਾਹੀ
ਆਰਕ ਜਿਹੜੀ ਹੈ ਉਹਦਾ ਡਿਜ਼ਾਈਨ ਜਿਹੜਾ ਉੱਤੇ ਉਹ ਚੱਲ ਰਿਹਾ, ਉਹਦੇ ਮੁਤਲਕ ਔਰ ਦੀਵਾਦਾਨ ਜਿਹੜੇ ਨੇ ਉਹਨਾਂ ਦੇ ਮੁਤਲਕ ਔਰ ਜਿਹੜੀ ਭਰਾਈ ਦਾ ਕੰਮ ਹੈ ਉਹ ਨਾਲ ਨਾਲ ਚੱਲ ਰਿਹਾ ਜੀ। ਚੱਲਦੇ ਹਾਂ ਅੱਗੇ, ਤਾਂ ਫਿਰ ਤੁਹਾਨੂੰ ਦੱਸਦੇ ਹਾਂ ਅਸੀਂ ਕਿ ਮਜ਼ੀਦ ਕੀ ਚੱਲ ਰਿਹਾ ਜੀ। ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ। ਵਾਟਸ ਦਾ ਰਣਜੀਤ ਨਿਗਾਰਾ? ਰਣਜੀਤ ਨਿਗਾਰਾ ਇਜ਼ ਦਾ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਆਫ ਮੰਟਿਕਾ ਸਿਟੀ, ਕੈਲੀਫੋਰਨੀਆ ਸਟੇਟ, USA। ਜੀ ਹਾਂ ਜੀ, ਆਪਣੇ ਸਿੰਘ ਸਾਹਿਬਾਨ ਜਿੰਨੇ ਵੀ ਨੇ ਉਹ ਉੱਥੋਂ ਬੈਠ ਕੇ ਆਪਰੇਟ ਕਰ ਰਹੇ ਨੇ ਇਸ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨੂੰ, ਔਰ ਬਹੁਤ ਜਲਦ ਅਸੀਂ ਤੁਹਾਡੇ ਲਈ ਹੋਰ ਵੀ ਖੁਸ਼ਖਬਰੀਆਂ ਲੈ ਕੇ ਆ ਰਹੇ ਹਾਂ। ਹੋਰ ਗੁਰੂ ਘਰ ਵੀ ਪ੍ਰੀਜ਼ਰਵ ਹੋਣਗੇ ਬਹੁਤ ਜਲਦ। ਖਾਲਸਾ ਪੰਥ ਦੀ ਮਾਤਾ ਨਾਨਕਾ ਘਰ ਜਿਹੜਾ ਰੋਹਤਾਸ ਕਿਲੇ ਦੇ ਅੰਦਰ ਹੈ, ਭਾਈ ਰਾਮੂ ਜੀ ਦਾ ਘਰ ਜਿਹੜਾ ਸੀ ਜਿੱਥੇ ਮਾਤਾ ਸਾਹਿਬ ਕੌਰ ਜੀ ਪੈਦਾ ਹੋਏ ਸਨ, ਉਸ ਜਨਮ ਸਥਾਨ ਦੇ ਮੁਤਲਕ ਵੀ ਬਹੁਤ ਜ਼ਿਆਦਾ ਸਾਰੀਆਂ ਗੁੱਡ ਨਿਊਜ਼ ਦੇਵਾਂਗੇ। ਕੀਪ ਇਨ ਟੱਚ, ਸਟੇ ਟੂ ਟਿਊਨ, ਰਣਜੀਤ ਨਿਗਾਰਾ। ਔਰ ਕਿਸੇ ਕਿਸਮ ਦੀ ਵੀ ਕੋਈ ਵੀ ਕਿਸੇ ਕਿਸਮ ਦੀ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ, ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਵੈਬ ਪੇਜ ਦੇ ਉੱਤੇ ਰਣਜੀਤ ਨਿਗਾਰਾ ਦੇ, ਔਰ ਨਾਲ ਦੀ ਨਾਲ ਹੀ ਉਹਨਾਂ ਦੇ ਤੁਸੀਂ ਫੇਸਬੁੱਕ ਪੇਜ ਦੇ ਉੱਤੇ, ਉੱਥੇ ਈਮੇਲ ਐਡਰੈਸ ਵੀ ਹੈ, WhatsApp ਨੰਬਰ ਵੀ ਹੈ। ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮਾਲੂਮਾਤ ਚਾਹੀਦੀ ਹੈ, ਇਨਫੋ ਚਾਹੀਦੀ ਹੈ, ਯੂ ਕੈਨ ਡਾਇਰੈਕਟ ਡਾਇਲ ਦਾ ਨੰਬਰ ਆਫ ਰਣਜੀਤ ਨਿਗਾਰਾ। ਬਟ there is a no any branch of ਰਣਜੀਤ ਨਿਗਾਰਾ। ਕੋਈ ਬੰਦਾ ਕਿਸੇ ਕਿਸਮ ਦੀ ਕੋਈ ਡੋਨੇਸ਼ਨ ਜਾਂ ਔਨ ਸਾਈਟ, ਆਫ ਸਾਈਟ ਜਾਂ ਕਿਸੇ ਵੀ ਮੁਲਕ ਦੇ ਕਿਸੇ ਵੀ ਹਿੱਸੇ ਤੋਂ ਕੋਈ ਵੀ ਕਿਸੇ ਕਿਸਮ ਦੀ ਕੋਈ ਵੀ ਡੋਨੇਸ਼ਨ ਜਿਹੜੀ ਹੈ ਉਹ ਰਣਜੀਤ ਨਿਗਾਰਾ ਨਹੀਂ ਇਕੱਠੀ ਕਰਦਾ, ਬਲਕਿ ਸਿਰਫ ਔਰ ਸਿਰਫ ਹੈੱਡ ਆਫਿਸ USA ਨੂੰ ਹੀ ਇਹ ਰਾਈਟ ਹਾਸਲ ਹੈ ਕਿ ਉਹ ਕਿਸੇ ਕਿਸਮ ਦੀ ਵੀ ਡੋਨੇਸ਼ਨ ਔਰ ਸੇਵਾ ਜਿਹੜੀ ਹੈ। ਅਗਰ ਤੁਸੀਂ ਵੀ ਕੋਈ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਣਜੀਤ ਨਿਗਾਰਾ ਦੇ ਹੈੱਡ ਆਫਿਸ ਮੰਟਿਕਾ ਸਿਟੀ, ਕੈਲੀਫੋਰਨੀਆ ਸਟੇਟ ਦੇ ਵਿੱਚ ਹੀ ਰਾਬਤਾ ਕਰੋਗੇ। ਔਰ ਅਗਰ ਤੁਸੀਂ ਦੂਰ ਬੈਠੇ ਹੋਏ ਹੋ, ਤੁਸੀਂ ਕਿਸੇ ਹੋਰ ਤਰੀਕੇ ਨਾਲ ਸੇਵਾ ਕਰਨਾ ਚਾਹੁੰਦੇ ਹੋ, ਯਾਨੀ ਕਿ ਤੁਸੀਂ ਅਗਰ ਮਾਲੀ ਰੂਪ ਦੇ ਵਿੱਚ ਨਹੀਂ ਕਰਨਾ ਚਾਹੁੰਦੇ, ਤੁਸੀਂ IT ਇਨਫੋਰਮੇਸ਼ਨ ਟੈਕਨੋਲੋਜੀ ਨਾਲ ਜੁੜੇ ਹੋਏ ਹੋ, ਤੁਸੀਂ ਸੋਸ਼ਲ ਐਕਟਿਵਿਸਟ ਹੋ, ਸੋਸ਼ਲ ਐਕਟਿਵਿਸਟ ਹੋ, ਤੇ ਪਲੀਜ਼ ਤੁਸੀਂ ਸਾਡੀ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਰਵਰਡ ਕਰਿਆ ਕਰੋ। ਜਿਹੜੀਆਂ ਪਿਕਚਰਸ ਆਪਾਂ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ, ਉਹ ਤੁਸੀਂ ਆਮ ਆਦਮੀ ਤੱਕ ਜਾਗਰੂਕ ਕਰੋ। ਇਹ ਵੀ ਤੁਹਾਡੀ ਸੇਵਾ ਦੇ ਵਿੱਚ ਗਿਣਤੀ ਹੈ। ਠੀਕ ਹੈ ਜੀ, ਰੱਬ ਰਾਖਾ। ਚੱਲਦੇ ਹਾਂ, ਤੁਹਾਨੂੰ ਅਗਲੇ ਫਲੋਰ ਤੇ ਮਿਲਦੇ ਹਾਂ। ਅਸੀਂ ਪਹੁੰਚ ਗਏ ਇਸ ਵੇਲੇ ਸੈਕੰਡ ਫਲੋਰ ਦੇ ਉੱਤੇ। ਸੈਕੰਡ ਫਲੋਰ ਦੇ ਉੱਤੇ ਕੀ ਸੇਵਾਵਾਂ ਚੱਲ ਰਹੀਆਂ ਨੇ, ਜਿਸ ਤਰ੍ਹਾਂ ਕਿ ਆਪਾਂ ਤੁਹਾਨੂੰ ਥੱਲੇ ਦਿਖਾ ਕੇ ਆਏ ਹਾਂ ਕਿ ਵਾਲਸ ਦੇ ਉੱਤੇ ਜਿਹੜੀ ਕੋਈ ਫਿਨਿਸ਼ਿੰਗ ਹੋ ਰਹੀ ਹੈ, ਨਾਲ ਦੀ ਨਾਲ ਨਾਨਕਸ਼ਾਹੀ ਚੌਕਾ ਲੱਗ ਰਿਹਾ, ਦਾਰਾਸ਼ਾਹੀ ਜਿਹੜੀ ਆਰਕ ਹੈ ਉਹਦੀ ਰਿਪੇਅਰ ਲੱਗ ਰਹੀ ਹੈ, ਦੀਆਦਾਨ ਦੀ ਲੱਗ ਰਹੀ ਹੈ। ਇਸੇ ਤਰ੍ਹਾਂ ਹੀ ਸੈਕੰਡ ਫਲੋਰ ਦੇ ਉੱਤੇ ਜਿਹੜਾ ਅਸੀਂ ਤੁਹਾਨੂੰ ਗਰਾਊਂਡ ਫਲੋਰ ਤੇ ਜਿਹੜਾ ਵਰਕ ਦਿਖਾਇਆ, ਉਹੀ ਕੰਮ ਜਿਹੜਾ ਸਮਝ ਲਓ ਕਿ ਇਸ ਵੇਲੇ ਤੀਜੇ ਫਲੋਰ ਦੇ ਉੱਤੇ ਸ਼ੁਰੂ ਚੱਲ ਰਿਹਾ। ਕਿਉਂਕਿ ਆਪਾਂ ਪਹਿਲੇ ਛੱਤਾਂ ਨਹੀਂ ਸੀ ਤੁਹਾਨੂੰ ਦਿਖਾਈਆਂ, ਹੁਣ ਇਸ ਵੇਲੇ ਛੱਤਾਂ ਦੇ ਉੱਤੇ ਗਰਮਾਲੇ ਵੱਜ ਰਹੇ ਹਨ, ਮਸਾਲੇ ਲੱਗ ਰਹੇ ਨੇ। ਆ ਤੁਸੀਂ ਦੇਖੋ ਸਾਡੇ ਵੀਰ ਜੀ ਲਾ ਰਹੇ ਨੇ, ਔਰ ਆ ਛੱਤ ਲਾ ਰਹੇ ਨੇ, ਔਰ ਛੱਤ ਦੀ ਜਿਹੜੀ ਫਿਨਿਸ਼ਿੰਗ ਹੈ ਉਹ ਹੋ ਰਹੀ ਹੈ। ਦੇਖੋ ਬਹੁਤ ਹੀ ਪਿਆਰੇ ਤਰੀਕੇ ਨਾਲ ਜਿਹੜਾ ਕਹਿ ਲਵੋ ਤੁਸੀਂ ਕਿ ਨਾਲ ਦੀ ਨਾਲ ਹੀ ਪਾਣੀ ਦਾ ਛਿੜਕਾਓ ਕੀਤਾ ਜਾ ਰਿਹਾ, ਔਰ ਨਾਲ ਹੀ ਨਾਲ ਤੁਸੀਂ ਦੇਖੋ ਕਿ ਉਹ ਗਰਮਾਲਾ ਮਾਰ ਰਹੇ ਨੇ ਇਸ ਜਗ੍ਹਾ ਦੇ ਉੱਤੇ। ਇਹ ਹੈ ਤਾਂ ਕਹਿ ਲਓ ਤੁਸੀਂ ਕਿ ਵੀ ਜਿੱਦਾਂ ਦੇਖਣ ਦੇ ਵਿੱਚ ਤਾਂ ਇਹੀ ਲੱਗਦਾ ਜਿੱਦਾਂ ਕਿ ਪੁਰਾਣਾ ਨਵਾਂ ਸੀਮੈਂਟ ਵਾਲਾ ਕੰਮ ਹੈ, ਲੇਕਿਨ ਬਟ ਇਹ ਵਾਲੇ ਉਹੀ ਉਹ 14 ਤੋਂ 16 ਮਸਾਲੇ ਯੂਜ਼ ਹੋ ਰਹੇ ਨੇ ਇਹਨਾਂ ਨੂੰ ਛੱਤਾਂ ਨੂੰ ਕਵਰ ਕਰਨ ਵਾਸਤੇ। ਆ ਦੇਖੋ ਤੁਸੀਂ ਇੱਥੇ ਉੱਤੇ ਕਠੀਆ ਲੱਗਾ ਹੋਇਆ, ਇਹ ਠੀਆ ਦਿਖਾਓ ਜੀ। ਇਹ ਇਹਦਾ ਲੈਵਲ ਨਿਕਲਿਆ ਕਿ ਇੱਥੋਂ ਅਸੀਂ ਛੱਤ ਜਿਹੜੀ ਹੈ ਉਹ ਕਰਨੀ ਹੈ। ਠੀਕ ਹੈ ਜੀ, ਔਰ ਇਸ ਜਗ੍ਹਾ ਤੋਂ ਫਿਰ ਉਸ ਤਰੀਕੇ ਨਾਲ ਲੈਵਲ ਹੋਏਗੀ ਜਿਹੜੀ ਤੁਸੀਂ ਪਿਛਲੀ ਛੱਤ ਦੇਖੀ ਹੈ ਜਿਹਦੇ 'ਤੇ ਮਸਾਲਾ ਲੱਗ ਚੁੱਕਿਆ ਹੈ। ਅਤੇ ਬਹੁਤ ਹੀ ਵਧੀਆ ਲੱਗਦਾ ਹੈ ਜਦੋਂ ਕਿ ਕੋਈ ਵੀ ਕੰਮ ਜਿਹੜਾ ਹੈ ਉਹ ਪੁਰਾਤਨ ਤਰੀਕੇ ਨਾਲ ਜਾਂ ਹਿਸਟੋਰੀਕਲ ਤਰੀਕੇ ਨਾਲ ਕੀਤਾ ਜਾ ਰਿਹਾ ਹੋਵੇ। ਆਓ ਚੱਲਦੇ ਹਾਂ ਅੰਦਰ, ਅਸੀਂ ਤੁਹਾਨੂੰ ਦਿਖਾਉਂਦੇ ਹਾਂ। ਇੱਥੇ ਵੀ ਤਕਰੀਬਨ ਕੋਈ 50% ਜਿਹੜਾ ਕੰਮ ਹੈ, 50% ਕੰਮ ਜਿਹੜਾ ਉਹ ਛੱਤਾਂ ਦਾ ਔਰ ਕੁਛ ਵਾਲਸ ਦਾ, ਜਿਸ ਤਰ੍ਹਾਂ ਕਿ ਆਲੇ ਨੇ ਉਹ ਬਣ ਰਹੇ ਨੇ, ਔਰ ਨਾਲ ਦੀ ਨਾਲ ਹੀ ਆਰਕ ਜਿਹੜੀ ਹੈ ਆਰਕ ਬਣ ਰਹੀ ਹੈ। ਔਰ ਛੱਤ ਤੁਸੀਂ ਦੇਖੋ ਫਿਨਿਸ਼ ਹੋ ਕੇ ਕਿੰਨੀ ਸੋਹਣੀ ਲੱਗ ਰਹੀ ਹੈ। ਇੱਕ ਪਾਸੋਂ ਤੁਹਾਨੂੰ ਅਸੀਂ ਦਿਖਾਇਆ ਬਿਲਕੁਲ ਉਹ ਇੱਦਾਂ ਰਾਹ ਹੈ ਬਿਲਕੁਲ, ਠੀਕ ਹੈ ਜੀ, ਰਾਹ ਹੈ, ਔਰ ਉੱਥੇ ਤੁਸੀਂ ਦੇਖੋ ਤਾਂ ਤੁਹਾਨੂੰ ਉਹ ਬਿਲਕੁਲ ਫਿਨਿਸ਼ਿੰਗ ਦੇ ਵਿੱਚ ਜਿਹੜੀ ਹੈ ਉਹ ਆ ਰਹੀ ਹੈ। ਔਰ ਕਿੰਨਾ ਸੋਹਣਾ ਲੱਗ ਰਿਹਾ ਹੈ ਕਿ ਜਿਹੜਾ ਕੰਮ ਹੈ ਜਦੋਂ ਫਿਨਿਸ਼ਿੰਗ ਵਾਲੇ ਪਾਸੇ ਜਾਂਦਾ, ਕੋਈ ਵੀ ਚੀਜ਼ ਹੈ ਜਦੋਂ ਉਹਦੀ ਅਸਲ ਦਿੱਖ ਨਜ਼ਰ ਆਉਂਦੀ ਹੈ ਅਤੇ ਉਹਦੀ ਬਿਊਟੀ ਜਿਹੜੀ ਹੈ ਉਹ ਦਿੱਖ ਜਿਹੜੀ ਹੈ ਹੋਰ ਵੀ ਸੋਹਣੀ ਲੱਗਦੀ ਹੈ। ਉੱਤੇ ਦੇਖੋ ਤੁਸੀਂ, ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਵੀ ਇੱਥੇ ਇਹ ਕੰਮ ਕਰਨਾ ਇੰਨਾ ਸੌਖਾ ਨਹੀਂ ਹੈ। ਬਕਾਇਦਾ ਤੌਰ 'ਤੇ ਮਿਡ ਆਫ ਦੇ ਉੱਤੇ ਜਿਹੜੀ ਹੈ ਸਕਿਪ ਫੋਲਡਿੰਗ ਜਿਹਨੂੰ ਕਹਿ ਲਓ ਆਪਾਂ, ਜਾਂ ਗਊਆਂ ਜਿਹੜੀਆਂ ਲੱਗਦੀਆਂ ਨੇ ਉਹਨਾਂ ਦੇ ਉੱਤੇ ਖਲੋ ਕੇ ਹਾਫ ਇਸ ਤਰ੍ਹਾਂ ਕਰਕੇ ਫਿਰ ਜਾ ਕੇ ਕਿਸੇ ਤਕਰੀਕ ਜਿਹੜੀ ਹੈ ਉਹ ਹੁੰਦੀ ਹੈ। ਇਹ ਦੇਖੋ ਜ਼ਰਾ ਅੱਗੇ ਚਲੋ ਜ਼ਰਾ, ਹਾਂਜੀ ਜੀ, ਇਹ ਦੇਖੋ ਤੁਸੀਂ ਇਹ ਲਾ ਰਹੇ ਨੇ। ਇਹ ਉਸੇ ਤਰ੍ਹਾਂ ਹੀ ਉਹ ਛੱਤ ਲੱਗੀ ਹੈ। ਹੁਣ ਇਹਦੀਆਂ ਕਿਨਾਰੀਆਂ ਜਿਹੜੀਆਂ ਨੇ, ਕਿਨਾਰੀਆਂ ਬੰਨੀਆਂ ਜਾ ਰਹੀਆਂ ਨੇ। ਉਹ ਜ਼ਰਾ ਕਿਨਾਰੀਆਂ ਦੇ ਤੁਸੀਂ ਦੇਖੋ ਕਿ ਬਿਲਕੁਲ ਫਾਈਨਲ ਟੱਚਿਸ ਦੇ ਉੱਤੇ ਕਿਨਾਰਾ ਪਹੁੰਚ ਗਿਆ ਕਿ ਜਿਹੜੇ ਤੁਹਾਨੂੰ ਉਹ ਨਜ਼ਰ ਆਉਂਦੇ ਨੇ, ਕਰਵਸ ਨਜ਼ਰ ਆਉਂਦੇ ਨੇ
ਜਿਹੜੀਆਂ ਇਹ ਦੇਖੋ ਤੁਸੀਂ, ਪਹਿਲਾ ਕਰਵ ਹੈ, ਦੂਸਰਾ ਕਰਵ ਹੈ, ਫਿਰ ਤੀਸਰਾ ਕਰਵ ਹੈ। 3 ਕਰਵਸ ਜਿਹੜੇ ਨੇ ਉਹ ਕਿਸ ਤਰੀਕੇ ਨਾਲ ਡਿਫਾਈਨ ਕੀਤੇ ਜਾਂਦੇ ਨੇ, ਇਹ ਉਸਤਾਦ ਹੁਣਾਂ ਨੇ ਮਸਾਲਾ ਲਾਇਆ। ਹੁਣ ਥੋੜ੍ਹਾ ਜਿਹਾ ਡਰਾਈ ਹੋ ਰਿਹਾ ਤੇ ਨਾਲ ਦੀ ਨਾਲ ਇਹਨੂੰ ਟੀਪ ਜੀ ਕਰਨਗੇ। ਉਹ ਟੀਪ ਕਿਸ ਤਰ੍ਹਾਂ ਕਰਨੀ ਹੈ, ਬਕਾਇਦਾ ਤੌਰ ਤੇ ਥੱਲੇ ਲੱਕੜੀ ਦਾ ਫੱਟੀ ਲਾ ਕੇ, ਉਸ ਤੋਂ ਬਾਅਦ ਜਿਹੜਾ ਇਹ ਦੇਖੋ ਕਿ ਵੀ ਨਾ ਘੱਟ ਹੋਵੇ ਨਾ ਵੱਧ ਹੋਵੇ, ਬਿਲਕੁਲ ਉਹਦੇ ਲੈਵਲ ਤੇ ਚੱਲੇ। ਜਿਹੜਾ ਕਿ ਆਪਾਂ ਠੀਏ ਲਾਏ ਸੀ ਤੁਹਾਨੂੰ ਪਿਛਲੀ ਵਾਰੀ ਜਿਹੜੇ ਦਿਖਾਏ ਸੀ, ਜਿਹੜੇ ਕੇਲ ਲਾ ਕੇ ਜਾਂ ਛੋਟੇ ਛੋਟੇ ਥੋਬੇ ਲਾ ਕੇ ਦਿਖਾਉਣੇ ਸਾਂ, ਉਹਨਾਂ ਦਾ ਲਾਉਣ ਦਾ ਮਕਸਦ ਕੀ ਸੀ? ਜਿਹੜੀਆਂ ਇੱਥੇ ਹੁਣ ਵੀ ਕਿਤੇ ਨਾ ਕਿਤੇ ਉਹ ਥੋਬੇ ਜਿਹੜੇ ਨੇ ਛੋਟੇ ਛੋਟੇ ਨਜ਼ਰ ਆ ਰਹੇ ਹੋਣੇ ਨੇ ਠੀਏ, ਉਹ ਦੇਖੋ ਠੀਆ ਲੱਗਾ ਹੋਇਆ ਇੱਕ। ਹੁਣ ਠੀਏ ਦਾ ਮਤਲਬ ਇਹ ਵੇ ਕਿ ਇਸ ਲੈਵਲ ਤੱਕ ਜਿਹੜਾ ਮਸਾਲਾ ਉਹਦੀ ਚੜ੍ਹਾਈ ਹੋਣੀ ਹੈ, ਔਰ ਉਸ ਤੋਂ ਬਾਅਦ ਕਸਾਈ ਦਾ ਕੰਮ ਹੋਏਗਾ। ਇਹ ਦੇਖੋ ਇੱਧਰੋਂ ਇਹ ਹੁਣ ਲਾ ਰਹੇ ਨੇ ਉਸਤਾਦ ਹੋਰੀ, ਉਹਨਾਂ ਇੱਧਰ ਇਸ ਸਾਈਡ ਤੋਂ ਥੋੜ੍ਹਾ ਇਹਨਾਂ ਦਿਖਾਓ। ਹਾਂ, ਇਹ ਐਕਸਟਰਾ ਜਿਹੜਾ ਹੈ ਮਸਾਲਾ ਤੁਸੀਂ ਦੇਖੋ ਕਿ ਕਿੰਨੇ ਐਕਸਪਰਟ ਤਰੀਕੇ ਨਾਲ ਉਹਨੂੰ ਸਾਫ਼ ਕੀਤਾ ਜਾਂਦਾ ਹੈ, ਤਾਂ ਕਿ ਇੱਕ ਰੱਤੀ ਬਰਾਬਰ ਵੀ ਮਸਾਲਾ ਜਿਹੜਾ ਹੈ, ਇੱਕ ਰੱਤੀ ਬਰਾਬਰ ਵੀ ਮਸਾਲਾ ਜਿਹੜਾ ਨਾ ਉਹਨੂੰ ਜ਼ਿਆਦਾ ਨਾ ਕੀਤਾ ਜਾਵੇ, ਉਹ ਆਪਣੇ ਲੈਵਲ ਤੱਕ ਹੀ ਰਹੇ। ਆਓ ਦੂਸਰੀ ਸਾਈਡ ਤੋਂ ਦਿਖਾਉਂਦੇ ਹਾਂ। ਇਹ ਉਹ ਜਗ੍ਹਾ ਹੈ ਜਿੱਥੇ ਅਸੀਂ ਪਹੁੰਚੇ ਹਾਂ, ਕਿਉਂਕਿ ਕਈ ਵਾਰੀ ਬਰਸਾਤ ਹੋ ਜਾਂਦੀ ਹੈ ਜਾਂ ਕਹਿ ਲਓ ਤੁਸੀਂ ਕਿ ਮੌਸਮ ਚੰਗਾ ਹੁੰਦਾ ਹੈ, ਅਤੇ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੀੜ ਹੈ ਉਹ ਗੁਰੂ ਮਹਾਰਾਜ ਦੀ ਉਹ ਉੱਤੇ ਰੱਖੀ ਜਾਂਦੀ ਹੈ, ਔਰ ਉਸ ਜਗ੍ਹਾ ਦੇ ਉੱਤੇ ਪ੍ਰੇਅਰ ਬਕਾਇਦਾ ਤੌਰ ਦੇ ਉੱਤੇ ਕੀਤੀ ਜਾਂਦੀ ਹੈ ਜਾਂ ਪਾਠ ਕੀਤਾ ਜਾਂਦਾ ਹੈ। ਉਸ ਜਗ੍ਹਾ ਦੇ ਉੱਤੇ ਪਹੁੰਚੇ ਜਿਹੜਾ ਕਿ ਮੇਨ ਗੁੰਬਦ ਹੈ। ਅਗਰ ਤੁਸੀਂ ਦਰਬਾਰ ਸਾਹਿਬ ਕਰਤਾਰਪੁਰ ਦੇ ਵਿੱਚ ਚਲੇ ਜਾਓ ਤੇ ਉੱਥੇ ਜਿਹੜਾ ਸੁੱਖ ਆਸਣ ਸਾਹਿਬ ਹੈ ਉਹ ਬਿਲਕੁਲ ਟੌਪ ਦੇ ਉੱਤੇ ਬਣਿਆ ਹੋਇਆ ਹੈ, ਜਿੱਥੇ ਉਹ ਗੁੰਬਦ ਹੈ। ਠੀਕ ਹੈ ਜੀ, ਯਾਨੀ ਕਿ ਬਿਲਡਿੰਗ ਦਾ ਸਭ ਤੋਂ ਉੱਤੇ ਵਾਲਾ ਹਿੱਸਾ ਹੈ। ਲੇਕਿਨ ਕਈ ਵਾਰੀ ਇਹ ਹੁੰਦਾ ਹੈ ਕਿ ਜਦੋਂ ਮੌਸਮ ਖਰਾਬ ਹੁੰਦਾ ਹੈ ਜਾਂ ਗਰਾਊਂਡ ਫਲੋਰ ਦੇ ਉੱਤੇ ਕਈ ਵਾਰੀ ਕਹਿ ਲਓ ਤੁਸੀਂ ਕਿ ਇੱਕ ਅਖੰਡ ਪਾਠ ਚੱਲ ਰਿਹਾ ਹੁੰਦਾ ਹੈ ਜਾਂ ਸਹਿਜ ਪਾਠ ਚੱਲ ਰਿਹਾ ਹੁੰਦਾ, ਤਾਂ ਉਸ ਵੇਲੇ 2-3 ਜਗ੍ਹਾ ਦੇ ਉੱਤੇ ਇਕੱਠੇ ਲੋਕ ਪਾਠ ਕਰਾਉਂਦੇ ਨੇ। ਤਾਂ ਸੋ ਅਗਰ ਤੁਸੀਂ ਥੱਲੇ ਦੇਖੋ ਤਾਂ ਇੱਕ ਜਗ੍ਹਾ ਥੱਲੇ ਹੈ ਮੇਨ, ਔਰ ਉਸ ਤੋਂ ਬਾਅਦ ਇੱਕ ਜਗ੍ਹਾ ਇਹ ਵਾਲੀ ਵੀ ਹੈ ਜਿੱਥੇ ਪਾਠ ਹੁੰਦੇ ਨੇ। ਤੁਸੀਂ ਦੇਖੋ ਕਿ ਗੁੰਬਦ ਦੇ ਵਿੱਚ ਇਹ ਧਾਗੇ ਲਾ ਦਿੱਤੇ ਗਏ ਨੇ। ਠੀਕ ਹੈ ਜੀ, ਠੀਏ ਲਾ ਕੇ ਤੇ ਧਾਗੇ ਲਾ ਦਿੱਤੇ ਗਏ ਨੇ, ਔਰ ਧਾਗਿਆਂ ਦੇ ਉੱਤੋਂ ਤੁਸੀਂ ਉੱਤੇ ਦੇਖੋ ਤੇ ਉੱਤੇ ਬਿਲਕੁਲ ਇਸ ਵੇਲੇ ਇਸकी ਫੋਲਡਿੰਗ ਤੁਹਾਡੀ ਰੈਡੀ ਹੈ, ਜਿਹੜੀ ਕਿ ਬਹੁਤ ਜਲਦ ਅੱਜ ਜਾਂ ਕੱਲ੍ਹ ਦੇ ਵਿੱਚ ਇੱਥੇ ਜਿਹੜਾ ਉਹ ਥੋਬੇ ਦਾ ਕੰਮ ਸ਼ੁਰੂ ਹੋ ਜਾਏਗਾ। ਮੇਨ ਥੋਬੇ ਦਾ ਕੰਮ ਮੀਨ ਕਿ ਬਲਕ ਆਫ ਮਟੀਰੀਅਲ ਜਿਹੜਾ ਉੱਤੇ ਲਾਇਆ ਜਾਏਗਾ, ਔਰ ਉਸ ਤੋਂ ਬਾਅਦ ਉਹਨੂੰ ਫਿਨਿਸ਼ਿੰਗ ਵਾਲੇ ਪਾਸੇ ਲੈ ਕੇ ਜਾਇਆ ਜਾਏਗਾ। 7 ਵਾਰੀ ਜਿਹੜਾ ਮਟੀਰੀਅਲ ਨੂੰ ਲਾ ਕੇ ਫਿਰ ਉਸ ਤੋਂ ਬਾਅਦ ਐਂਡ ਦੇ ਉੱਤੇ ਕਸਾਈ ਕੀਤੀ ਜਾਏਗੀ, ਔਰ ਜਿਹੜੀ ਫਿਨਿਸ਼ਿੰਗ ਵਾਲੀ ਲੁੱਕ ਹੈ, ਫਾਈਨ ਲੁੱਕ ਹੈ ਜਿਹੜੀ ਹੈ, ਉਹ ਤੁਹਾਡੇ ਵਾਲੇ ਸਾਹਮਣੇ ਆਉਣਾ ਸ਼ੁਰੂ ਹੋ ਜਾਏਗੀ। ਦਿਖਾਓ ਜੀ ਡਿਟੇਲ ਦੇ ਨਾਲ ਸਾਰਾ, ਬਾਰੀਆਂ ਵੀ ਦਿਖਾਓ, ਆਰਕਸ ਵੀ ਦਿਖਾਓ। ਇਹ ਸਾਰਾ ਦਾ ਸਾਰਾ ਜਿਹੜਾ ਹੈ ਉਹ ਓਰੀਜਨਲ ਮਟੀਰੀਅਲ ਦੇ ਵਿੱਚ ਪ੍ਰੀਜ਼ਰਵ ਹੋਵੇਗਾ। ਹੁਣ ਤੁਸੀਂ ਦੇਖੋ ਕਿ ਇੱਥੇ ਜਿਹੜੇ ਦੀਵਾ ਬੱਤੀ ਰੱਖਣ ਦੀ ਜਗ੍ਹਾ ਹੈ ਉਹ ਆਲਾ ਵੇਖੋ ਤਾਂ ਟੋਟਲੀ ਇੰਟਾਇਰਲੀ ਥੱਲੇ ਵਾਲੇ ਤੋਂ ਡਿਫਰੈਂਟ ਨੇ। ਇਹਨਾਂ ਦੀ ਸ਼ੇਪ ਵੀ ਬਿਲਕੁਲ ਡਿਫਰੈਂਟ ਹੈ। ਥੱਲੇ ਜਿਹੜੇ ਆਲੇ ਸਨ ਉਹਨਾਂ ਦੀ ਹੋਰ ਤਰੀਕੇ ਦੀ ਸ਼ੇਪ ਸੀ ਆਰਕਸ ਦੀ, ਇਹ ਉੱਤੇ ਆਉਂਦੇ ਜਾ ਰਹੇ ਹੋ ਤੇ ਉੱਤੇ ਕਰਵਸ ਵਾਲੇ ਜਿਹੜੇ ਨੇ ਉਹ ਆ ਰਹੇ ਨੇ, ਔਰ ਫਿਨਿਸ਼ਿੰਗ ਜਿਹੜੀ ਜ਼ਿਆਦਾ ਨਜ਼ਰ ਆ ਰਹੀ ਹੈ ਉੱਤੇ ਨਾਨਕ ਸ਼ਾਹੀ ਦੀ ਜਿਹੜੀ ਹੈ ਉਹ ਜ਼ਿਆਦਾ ਬਨਾਵਟ ਨਜ਼ਰ ਆ ਰਹੀ ਹੈ। ਠੀਕ ਹੈ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਰਣਜੀਤ ਨਿਗਾਰਾ। What's the Ranjit Nigara? Ranjit Nigara is the non-profit organization of Manteca City, California State, USA। ਜੀ ਹਾਂਜੀ, ਸਾਡੇ ਸਿੰਘ ਸਾਹਿਬਾਨ ਜਿਹੜੇ ਨੇ ਉਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਹੜੀ ਹੈ ਉਹ ਆਪਰੇਟ ਕਰ ਰਹੇ ਹਨ USA ਤੋਂ ਬੈਠ ਕੇ, ਅਤੇ ਉਹ ਪੁੰਨ ਦਾ ਕੰਮ ਜਿਹੜਾ ਹੈ ਉਹ ਰਣਜੀਤ ਨਿਗਾਰਾ ਨੂੰ ਮਿਲਿਆ ਹੈ ਕਿ ਜਿਹਦੀ ਆਪਾਂ ਆਵਾਜ਼ ਚੁੱਕਦੇ ਸੀ ਸੁਬਾਹ ਸ਼ਾਮ, ਜਿਹੜੀਆਂ ਅਰਦਾਸਾਂ ਬਿਨਤੀਆਂ ਹੁੰਦੀਆਂ ਨੇ ਕਿ ਉਹਨਾਂ ਵਿਛੜੇ ਹੋਏ ਉਹਨਾਂ ਗੁਰੂ ਘਰਾਂ ਦੀ ਸੇਵਾ ਸੰਭਾਲ ਜਿਹੜੀ ਹੈ ਖਾਲਸਾ ਪੰਥ ਨੂੰ ਬਖਸ਼ੀ ਜਾਵੇ, ਜਿਹੜੇ ਕਿ 47 ਦੇ ਵਿੱਚ ਸੰਗਤ ਤੋਂ ਵਿਛੜ ਗਏ ਨੇ। ਅਤੇ ਮੈਂ ਕਹਾਂਗਾ ਧੰਨ ਭਾਗ ਰਣਜੀਤ ਨਿਗਾਰਾ ਦੇ ਕਿ ਜਿਨ੍ਹਾਂ ਨੂੰ ਇਹ ਸੇਵਾ ਜਿਹੜੀ ਹੈ ਉਹ ਮਿਲੀ ਹੈ, ਔਰ ਉਹ ਸੇਵਾ ਨਿਭਾ ਰਹੇ ਨੇ ਪੂਰੇ ਤਨ ਮਨ ਧਨ ਦੇ ਨਾਲ। ਅਗਰ ਤੁਸੀਂ ਵੀ ਪਾਰਟ ਬਣਨਾ ਚਾਹੁੰਦੇ ਹੋ ਰਣਜੀਤ ਨਿਗਾਰਾ ਦੇ ਨਾਲ, ਕਿਸੇ ਕਿਸਮ ਦੀ ਵੀ ਸੇਵਾ ਨਿਭਾਉਣਾ ਚਾਹੁੰਦੇ ਹੋ, ਹੁਣ ਸੇਵਾਵਾਂ ਜਿਹੜੀਆਂ ਨੇ ਉਹ ਅੱਗੇ ਅੱਗੇ ਚੱਲਦੀਆਂ ਜਾਣੀਆਂ ਨੇ। ਜਿੱਦਾਂ ਕਿ ਹੁਣ ਲਾਈਟ ਸੋਰਸ ਵੀ ਹੋਣੇ ਨੇ, ਗਲੋਬ ਵੀ ਲੱਗਣੇ ਨੇ, ਕਾਰਪੇਟ ਵੀ ਵਿਛਣੇ ਨੇ, ਟਾਈਲਿੰਗ ਵੀ ਹੋਣੀ ਹੈ, ਫਲੋਰ ਵੀ ਬਣਨੇ ਨੇ। ਤਾਂ ਅਬ ਤੁਸੀਂ ਕਿਸੇ ਕਿਸਮ ਦੀ ਵੀ ਸੇਵਾ ਜਿਹੜੀ ਹੈ ਤੁਸੀਂ ਆਪਣੇ ਨਾਮ ਦੀ ਉਹ ਨਿਭਾ ਸਕਦੇ ਹੋ ਗੁਰੂ ਘਰ ਦੇ ਵਿੱਚ। ਰਣਜੀਤ ਨਿਗਾਰਾ ਦਾ ਤੁਸੀਂ ਆਫੀਸ਼ੀਅਲ ਪੇਜ ਤੁਸੀਂ ਦੇਖੋ, ਤੁਹਾਨੂੰ ਵੈਬਸਾਈਟ 'ਤੇ ਮਿਲੇਗਾ, ਫੇਸਬੁੱਕ 'ਤੇ ਮਿਲੇਗਾ, YouTube ਦੇ ਉੱਤੇ ਸਾਡੀ ਹਰ ਵੀਡੀਓ ਦੇ ਵਿੱਚ
ਸਾਡੀ ਹਰ ਵੀਡੀਓ ਦੇ ਵਿੱਚ ਥੱਲੇ ਸਾਡਾ ਜਿਹੜਾ ਈਮੇਲ ਐਡਰੈਸ, ਸਾਡਾ WhatsApp ਨੰਬਰ, ਡਾਇਰੈਕਟ ਕੰਟੈਕਟ ਜਿਹੜਾ ਉਹ ਮਿਲੇਗਾ। ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਜਿਹੜੀ ਹੈ ਉਹ ਇਹ ਹੈ ਕਿ ਰਣਜੀਤ ਨਿਗਾਰਾ ਦੀ ਕੋਈ ਵੀ ਬ੍ਰਾਂਚ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਵਰਕ ਨਹੀਂ ਕਰ ਰਹੀ। ਤੁਸੀਂ ਤਮਾਮ ਤਰ ਜਿੰਨੀ ਵੀ ਇਨਫੋਰਮੇਸ਼ਨ ਹੈ ਤੁਸੀਂ ਦੇ ਜਾਂ ਲੈ ਸਕਦੇ ਹੋ, ਉਹ ਸਿਰਫ ਔਰ ਸਿਰਫ ਕਿੱਥੇ ਮੰਟਿਕਾ ਸਿਟੀ, ਕੈਲੀਫੋਰਨੀਆ ਸਟੇਟ, USA ਦੇ ਅੰਦਰ ਹੀ। ਔਰ ਆਪਣੀ ਸੇਵਾ ਜਿਹੜੀ ਹੈ, ਅਗਰ ਤੁਸੀਂ ਆਪਣੀ ਕਿਸੇ ਕਿਸਮ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਉਹ ਵੀ ਸਿਰਫ ਹੈੱਡ ਆਫਿਸ ਹੀ ਐਕਸੈਪਟ ਕਰਦਾ, ਔਨ ਦਾ ਸਾਈਟ ਜਾਂ ਆਨਲਾਈਨ। ਕਿਸੇ ਹੋਰ ਜਗ੍ਹਾ ਤੇ ਕਿਸੇ ਵੀ ਮੁਲਕ ਦੇ ਵਿੱਚ ਕਿਸੇ ਵੀ ਜਗ੍ਹਾ ਦੇ ਉੱਤੇ ਕਿਸੇ ਕਿਸਮ ਦੀ ਕੋਈ ਬ੍ਰਾਂਚ ਜਾਂ ਸੇਵਾ ਨਹੀਂ ਲੈ ਸਕਦੀ, ਨਾ ਹੀ ਕਿਸੇ ਕੋਲ ਅਥਾਰਟੀ ਹੈ। ਦੂਸਰਾ ਸੀ, ਬਹੁਤ ਸ਼ੁਕਰਗੁਜ਼ਾਰ ਹਾਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਇਵਾਕਿਊ ਟਰਸਟ ਪ੍ਰਾਪਰਟੀ ਬੋਰਡ ਦੇ, ਜਿਨ੍ਹਾਂ ਦੇ ਤਾਵਨ ਦੇ ਨਾਲ ਇਹ ਸਾਰੇ ਪ੍ਰੋਜੈਕਟ ਜਿਹੜੇ ਨੇ ਉਹਨਾਂ ਦੀ ਛਤਰਛਾਵੇਂ ਜਿਹੜੇ ਚੱਲ ਰਹੇ ਨੇ। ਥੈਂਕਸ ਟੂ ਗਵਰਨਮੈਂਟ ਆਫ ਪਾਕਿਸਤਾਨ ਟੂ, ਕਿ ਜਿਨ੍ਹਾਂ ਨੇ ਇਹ ਸਾਰੀ ਮਤਲਬ ਕਿ ਇਹਨਾਂ ਟੀਮਾਂ ਨੂੰ ਕਹਿ ਲਓ ਤੁਸੀਂ ਪਰਮਿਸ਼ਨ ਦਿੱਤੀ ਇੱਥੇ ਸੇਵਾ ਦੀ। ਔਰ ਆਪਾਂ ਮਜ਼ੀਦ ਅੱਗੇ ਜਿਹੜੀਆਂ ਖੁਸ਼ਖਬਰੀਆਂ ਜਿੱਦਾਂ ਕਿ ਤੁਹਾਡੇ ਨਾਲ ਜ਼ਿਕਰ ਕੀਤਾ ਕਿ ਉਹਨਾਂ ਦੇ ਮੁਤਲਕ ਵੀ ਤੁਹਾਡੇ ਨਾਲ ਗੱਲ ਕਰਦੇ ਚੱਲਾਂਗੇ। ਅੱਜ ਵਾਸਤੇ ਇੰਨਾ ਹੀ ਹੈ, ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਗੱਲਬਾਤ ਦੇ ਨਾਲ, ਕਿਸੇ ਹੋਰ ਡਿਟੇਲਸ ਲੈ ਕੇ ਕਿ ਕਿਹੜੇ ਕਿਹੜੇ ਗੁਰੂ ਘਰ ਅਸੀਂ ਪ੍ਰੀਜ਼ਰਵ ਕਰਨੇ ਨੇ, ਅੱਗੇ ਕੀ ਕਰਨ ਜਾ ਰਹੇ ਹਾਂ। ਅਤੇ ਸਟੇ ਟੂ ਟਿਊਨ, ਡੋਂਟ ਬੀ ਮਿਸ। ਰਣਜੀਤ ਨਿਗਾਰਾ ਨਾਲ ਜੁੜ ਕੇ ਰਹੋ ਔਰ ਇਹਨਾਂ ਦੀ ਵੀਡੀਓਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਲੋਕਾਂ ਤੱਕ ਜਿਹੜੀ ਹੈ ਉਹ ਅਵੇਅਰਨੈਸ ਹੋ ਸਕੇ ਕਿ ਤਾਰੀਖ ਨੂੰ ਇੰਝ ਵੀ ਪ੍ਰੀਜ਼ਰਵ ਕੀਤਾ ਜਾ ਸਕਦਾ ਜਿਸ ਤਰ੍ਹਾਂ ਕਿ ਰਣਜੀਤ ਨਿਗਾਰਾ ਕਰ ਰਿਹਾ ਹੈ। ਰੱਬ ਰਾਖਾ।